ਡਿਸਟਰੋਏ ਕਰ ਦਿੱਤਾ ਗਿਆ ਹੈਗਾ। $1 ਟ੍ਰਿਲੀਅਨ ਵਰਥ ਆਫ ਕਾਰਗੋ ਉਸ ਏਰੀਏ ਦੇ ਥਰੂ ਆਉਂਦੀ ਹੈ, ਵਾਟਰਵੇਜ਼ ਦੇ ਥਰੂ, ਜਿੱਥੇ ਹੂਟੀਜ਼ ਜੋ ਆ ਉਹ ਹਮੇਸ਼ਾ ਅਟੈਕ ਕਰਦੇ ਆ। ਉਹਨਾਂ ਨੇ 80 ਦੇ ਕਰੀਬ ਮਰਚੈਂਟ ਵੈਸਲਸ ਜੋ ਆ ਉਹ ਮਿਜ਼ਾਈਲਸ ਦੇ ਨਾਲ ਤੇ ਡਰੋਨਸ ਦੇ ਨਾਲ ਜਦੋਂ ਤੋਂ ਗਾਜ਼ਾ ਦੀ ਵਾਰ ਸ਼ੁਰੂ ਹੋਈ ਹੈ ਅਕਤੂਬਰ 2023 ਤੋਂ ਉਹ ਤੋਂ ਸ਼ੁਰੂ ਕੀਤੇ ਹੋਏ ਆ ਉਹਨਾਂ ਨੂੰ ਅਟੈਕ ਕਰਨਾ। ਤੇ ਇੱਕ ਵੈਸਲ ਨੂੰ ਆਪਣੇ ਕਬਜ਼ੇ 'ਚ ਵੀ ਲੈ ਲਿਆ ਸੀ, 2 ਵੈਸਲਸ ਜਿਹੜੇ ਆ ਪਾਣੀ 'ਚ ਡੁੱਬ ਵੀ ਗਏ ਸੀ। ਜੀ ਬਿਲਕੁਲ। ਤੇ ਉਧਰ ਜਿਹੜਾ ਹਰਜੋਤ ਸਿੰਘ ਜੀ ਮਸਲਾ ਜਿਹੜਾ ਕੈਨੇਡਾ ਤੇ ਭਾਰਤ ਦਾ ਵਧਿਆ ਹੋਇਆ ਆ, ਉਸ ਦੇ ਬਾਬਤ ਜੇ ਆਪਾਂ ਥੋੜ੍ਹੀ ਜਿਹੀ ਗੱਲ ਕਰਦੇ ਜਾਈਏ, ਅੱਜ ਯੂਕੇ ਨੇ ਵੀ ਜਿਹੜੀ ਉਹ ਤਾੜਨਾ ਕੀਤੀ ਆ ਇਸ ਟਾਈਮ ਇੰਡੀਆ ਨੂੰ ਵੀ ਭਾਈ ਇਸ ਇਨਵੈਸਟੀਗੇਸ਼ਨ ਦੇ ਵਿੱਚ ਤੁਸੀਂ ਸਾਥ ਦੇਵੋ। ਇਸ ਤੋਂ ਪਹਿਲਾਂ ਕੈਨੇਡਾ ਨੂੰ ਕੈਨੇਡਾ ਦੇ ਹੱਕ ਦੇ ਵਿੱਚ ਜਿਹੜੀਆਂ 5 ਆਈਜ਼ ਕੰਟਰੀਜ਼ ਆ ਉਹ ਆਈਆਂ, ਉਹ ਖੜੀਆਂ ਵੀ ਜੋ ਭਾਰਤ ਦੇ ਦੁਆਰਾ ਕੈਨੇਡਾ ਦੇ ਵਿੱਚ ਕਤਲੋਗਾਰਤ ਕੀਤੀ ਗਈ ਆ, ਉਸ ਦੇ ਵਿੱਚ ਜਿਹੜੇ ਉਹਨਾਂ ਦੇ ਸਫਾਰਤਖਾਨੇ ਦੇ ਡਿਪਲੋਮੈਟਸ ਦੇ ਨਾਲ ਜਿਹੜਾ ਹਾਈ ਕਮਿਸ਼ਨਰ ਇਨਵੋਲਵ ਆ, ਵੀ ਉਹ ਬੜੀ ਮੰਦਭਾਗੀ ਗੱਲ ਆ। ਆਸਟ੍ਰੇਲੀਆ ਦੇ ਜਿਹੜੇ ਸੈਨੇਟਰਸ ਆ ਉਹਨਾਂ ਨੇ ਆਪਣੀ ਸਰਕਾਰ ਨੂੰ ਪੁੱਛਿਆ ਵੀ ਤੁਸੀਂ ਅਜੇ ਤੱਕ ਇਸ ਦੇ ਉੱਤੇ ਕੋਈ ਜਵਾਬ ਕਿਉਂ ਨਹੀਂ ਦਿੱਤਾ, ਜਾਂ ਇਸ ਦੇ ਉੱਤੇ ਕੋਈ ਬਿਆਨ ਅਜੇ ਤੱਕ ਤੁਸੀਂ ਕਿਉਂ ਨਹੀਂ ਜਿਹੜਾ ਉਹ ਦਾਗਿਆ ਹੈਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਹੈਗੀਆਂ ਆ। ਸੋ ਇਹ ਜਿਹੜੀਆਂ ਚੀਜ਼ਾਂ ਆ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਆ। ਬਾਕੀ ਉਧਰ ਦੂਜੇ ਪਾਸੇ ਜਿਹੜਾ ਹਰਜੋਤ ਸਿੰਘ ਜੀ ਨਾਲ ਦੇ ਨਾਲ ਜਿਹੜੀ ਹਿੰਦੂ ਆਰਗੇਨਾਈਜੇਸ਼ਨ ਜੋ ਕਿ ਸਿੱਖਾਂ ਦੇ ਗੁਰਦੁਆਰਿਆਂ ਨੂੰ ਬਦਨਾਮ ਕਰ ਰਹੀਆਂ ਆ, ਉਹ ਆਪ ਹੁਣ ਵਿਕਟਮ ਦਾ ਪੱਤਾ ਖੇਡਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੀਆਂ ਹੈਗੀਆਂ ਆ। ਸੋ ਇੱਕ ਤਾਂ ਉਹ ਗੈਸ ਲਾਈਟਿੰਗ ਕਰਦੀਆਂ ਆ, ਸਿੱਖਾਂ ਨੂੰ ਹੀ ਜਿਹੜਾ ਉਹ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਦੱਬ ਕੇ ਕੁਚਲ ਕੇ ਤੇ ਉਹਨਾਂ ਨੂੰ ਹੀ ਜਿਹੜਾ ਉਹ ਦੋਸ਼ੀ ਕਰਾਰ ਦੇਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੀਆਂ। ਨੈਰੇਟਿਵ ਦੇ ਤੌਰ ਦੇ ਉੱਤੇ ਆਪਾਂ ਉਹਨਾਂ ਦੇਖਿਆ ਆਲਰੇਡੀ ਵੀ ਉੱਥੇ ਕਿਸ ਤਰੀਕੇ ਦੇ ਨਾਲ ਇਹ ਵੱਖ-ਵੱਖ ਆਰਗੇਨਾਈਜੇਸ਼ਨਸ ਲਾ ਇਨਫੋਰਸਮੈਂਟ ਅਧਿਕਾਰੀਆਂ ਨੂੰ ਜਿਹੜੀਆਂ ਉਹ ਮਿਲਦੀਆਂ ਆ ਤੇ ਸਿੱਖਾਂ ਬਾਰੇ ਕਿਸ ਤਰੀਕੇ ਦਾ ਗਲਤ ਪ੍ਰਚਾਰ, ਗੁਰਦੁਆਰਿਆਂ ਬਾਰੇ ਜਿਹੜਾ ਉਹ ਗਲਤ ਪ੍ਰਚਾਰ ਜਿਹੜਾ ਉਹ ਕਰ ਰਹੇ ਆ। ਬਾਕੀ ਜਿੱਥੇ ਲਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਉਸ ਦੇ ਉਲਟ ਇਹ ਇਸ ਟਾਈਮ ਜਿਹੜੀ ਆਪੋ ਆਪਣੀਆਂ ਲੌਬਿੰਗ ਕਰਕੇ ਉਹਨਾਂ ਲਾਜ਼ ਕਾਨੂੰਨ ਜਿਹੜੇ ਉਹ ਨਾ ਬਣ ਸਕਣ, ਉਹਨਾਂ ਦੇ ਉੱਤੇ ਜਿਹੜਾ ਉਹ ਕੰਮ ਕਰ ਰਹੇ ਆ। ਸੋ ਇਹ ਇਸ ਟਾਈਮ ਸਿੱਧੇ ਤੌਰ ਦੇ ਉੱਤੇ ਅਮਰੀਕਨ ਸਿੱਖਾਂ ਦੇ ਉੱਤੇ ਜਿਹੜੇ ਉਹ ਹਮਲਿਆਂ ਨੂੰ ਅੱਗੇ ਹੋਰ ਜਿਹੜਾ ਉਹ ਵਧਾ ਰਹੇ ਆ। ਸੋ ਸਿੱਖਾਂ ਨੂੰ ਬਹੁਤ ਸੁਚੇਤ ਤੇ ਇਕੱਠੇ ਹੋ ਕੇ ਚੱਲਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਤੇ ਟਰੱਕਿੰਗ ਵੱਲ ਵਧਣ ਤੋਂ ਪਹਿਲਾਂ ਹਰਜੋਤ ਸਿੰਘ ਜੀ ਦੱਸਦੇ ਜਾਈਏ ਵੀ ਜਿਹੜਾ ਨਿਰਭਉ ਤੇ ਨਿਆਂ ਮਾਰਚ, ਫੀਅਰਲੈਸ ਫॉर ਜਸਟਿਸ ਮਾਰਚ ਕੱਲ ਸੈਲਮਾ ਵਿਖੇ ਪਹੁੰਚਿਆ ਤੇ ਅੱਜ ਸੈਲਮਾ ਤੋਂ ਜਿਹੜਾ ਉਹ ਚੱਲ ਕੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਜਿਹਨੂੰ ਸਰੋਵਰ ਵਾਲਾ ਗੁਰਦੁਆਰਾ ਸਾਹਿਬ ਆਖਿਆ ਜਾਂਦਾ, ਟਕਸਾਲ ਦਾ ਗੁਰਦੁਆਰਾ ਆ ਫਰੈਜ਼ਨੋ ਦੇ ਵਿੱਚ, ਉੱਥੇ ਸ਼ਾਮ ਨੂੰ 5 ਵਜੇ ਜਿਹੜਾ ਪਹੁੰਚੇਗਾ। ਜਿੰਨੇ ਵੀ ਗੁਰੂ ਘਰਾਂ ਦੇ ਵਿੱਚ ਸਮਾਗਮ ਹੋਣੇ ਆ ਸ਼ਾਮ ਨੂੰ 5 ਵਜੇ ਜਿਹੜੇ ਉਹ ਸ਼ੁਰੂ ਹੋਣੇ ਆ। ਸੋ ਜਿਹੜੀਆਂ ਸੰਗਤਾਂ ਜਾਂ ਜਿਹੜੇ ਸਰੋਤੇ ਦਰਸ਼ਕ ਪੁੱਛਦੇ ਨੇ, ਉੱਥੇ ਤੁਸੀਂ ਸ਼ਾਮ ਨੂੰ ਜਿਹੜਾ ਆ ਜੀ 5 ਵਜੇ ਜਿਹੜੇ ਵੀ ਗੁਰੂ ਘਰ ਦਾ ਨਾਮ ਦੱਸਿਆ ਜਾਂਦਾ ਜਿਹੜੇ ਦਿਨ, ਉੱਥੇ ਤੁਸੀਂ ਜ਼ਰੂਰ ਪਹੁੰਚਿਆ ਕਰੋ। ਤੇ ਟਰੱਕਿੰਗ ਵੱਲ ਆਈਏ ਰਮਨ ਜੀ, ਅੱਜ ਕਹਿੰਦੇ ਵੀ ਯੂਜ਼ਲੀ ਕੋਈ ਵੀ ਜਿਹੜਾ ਟਰੱਕਿੰਗ ਦਾ ਇਸ਼ੂ ਹੁੰਦਾ ਉਹ US ਦੀ ਸੁਪਰੀਮ ਕੋਰਟ ਦੇ ਕੋਲ ਬਹੁਤ ਘੱਟ ਜਾਂਦਾ ਹੈਗਾ। ਅੱਜ ਜਿਹੜਾ ਆ ਟਰੱਕਿੰਗ ਤੇ ਮਰਵਾਨਾ ਟੈਸਟਿੰਗ ਵਾਲਾ ਜਿਹੜਾ ਕੇਸ ਆ ਉਹ ਹੁਣ US ਦੀ ਸੁਪਰੀਮ ਕੋਰਟ ਦੇ ਜਿਹੜੇ 9 ਜੱਜ ਆ ਉਹਨਾਂ ਦੇ ਸਾਹਮਣੇ ਗਿਆ ਹੈਗਾ। ਡਗਲਸ ਹੌਰਨ ਜਿਹੜੇ ਸਾਬਕਾ ਡਰਾਈਵਰ ਆ ਨਿਊਯਾਰਕ ਵੇਸਟ ਐਂਟਰਪ੍ਰਾਈਜ਼ ਟਰਾਂਸਪੋਰਟੇਸ਼ਨ ਕੰਪਨੀ ਦੇ, ਉਹਦਾ ਕੇਸ ਜਿਹੜਾ ਆ ਕਿਉਂਕਿ ਉਹਨੂੰ 2012 ਚ ਕੱਢ ਦਿੱਤਾ ਗਿਆ ਸੀ ਜੌਬ ਚੋਂ, ਡਰੱਗ ਟੈਸਟ 'ਚ ਉਹ ਫੇਲ ਹੋ ਗਿਆ ਸੀ ਮਰਵਾਨਾ ਵਾਲੇ 'ਚ। ਸੋ ਉਸ ਕੇਸ ਨੂੰ ਹੁਣ ਸੁਪਰੀਮ ਕੋਰਟ ਜਿਹੜੀ ਸੁਣ ਰਹੀ ਹੈਗੀ। ਜੀ ਬਿਲਕੁਲ, ਕਾਫੀ ਪ੍ਰੋਬਲਮ ਹੈਗੀ ਹੈ ਇਸ ਵੇਲੇ ਔਰ ਕਾਫੀ ਇਸ਼ੂਜ਼ ਹੈਗੇ ਆ ਇਸ ਵੇਲੇ ਮਰਵਾਨਾ ਨੂੰ ਲੈ ਕੇ, ਕਿਉਂਕਿ ਬਹੁਤ ਸਟੇਟਸ ਜਿਹੜੀਆਂ ਕਈਆਂ 'ਚ ਲੀਗਲ ਹੈਗਾ ਔਰ ਜਿਹੜਾ ਕੰਜ਼ਿਊਮਰ ਹੈਗਾ ਉਹ ਇਹੋ ਹੀ ਸੋਚਦਾ ਹੈ ਕਿ ਇਹ ਲੀਗਲ ਹੈਗਾ ਸਾਡੀ ਸਟੇਟਸ ਦਾ, ਇਟਸ ਓਕੇ ਟੂ ਡੂ ਦੈਟ। ਪਰ ਜਿਹੜਾ ਮੈਰੀਜੁਆਨਾ ਹੈਗਾ ਆ ਉਹ ਜਿਹੜਾ ਆ ਫੈਡਰਲ ਲੈਵਲ ਦੇ ਉੱਤੇ ਇਹ ਓਕੇ ਨਹੀਂ ਹੈਗਾ। ਸੋ ਜਿਹੜੀ CDL ਦੀ ਜੌਬ ਹੈਗੀ ਆ ਉਹ ਫੈਡਰਲ ਰੂਲਸ ਐਂਡ ਰੈਗੂਲੇਸ਼ਨਸ ਦੇ ਥੱਲੇ ਆ। ਸੋ ਇਸ ਕਰਕੇ ਜਿਹੜਾ CDL ਹੈਗਾ ਉਹਦੇ ਲਈ ਮਰਵਾਨਾ ਯੂਸੇਜ ਜਿਹੜੀ ਨਹੀਂ ਅਲਾਉ ਹੈਗੀ। ਪਰ ਸਟਿਲ ਜਿਹੜਾ ਇਹ ਹੈਗਾ ਇਹਦੇ ਵਿੱਚ ਕਿਉਂਕਿ ਉਹ ਬੰਦਾ ਮਰਵਾਨਾ ਯੂਜ਼ ਨਹੀਂ ਸੀ ਕਰਦਾ ਜਾਂ ਕੁਛ ਵੀ ਯੂਜ਼ ਨਹੀਂ ਸੀ ਕਰਦਾ ਤੇ ਉਹ ਪੋਜ਼ੀਟਿਵ ਆਇਆ ਸੀਗਾ, ਇਸ ਕਰਕੇ ਉਹਦਾ ਜਿਹੜਾ ਕੇਸ ਆ ਉਹ ਚੱਲ ਰਿਹਾ ਹੈਗਾ। ਪਰ ਜੇ ਅਸੀਂ ਗੱਲ ਕਰੀਏ ਜਿਹੜੇ CBD ਪ੍ਰੋਡਕਟਸ ਹੈਗੇ ਆ
ਉਹਨਾਂ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਆ ਉਹ ਮਰਵਾਨਾ ਪੋਜ਼ੀਟਿਵ ਆ ਜਾਂਦੀਆਂ ਆ, ਜਿਹਦੇ ਵਿੱਚ ਕਿ ਇਹਨਾਂ ਨੇ ਇੱਥੇ ਦੱਸਿਆ ਕਿ ਜਿਹੜਾ ਮਿਸਟਰ ਹੌਰਨ ਹੈਗਾ ਉਹਨੇ CBD ਪ੍ਰੋਡਕਟ ਡਿਕਸੀ ਐਕਸ ਜਿਹੜਾ ਆ ਉਹ ਲਿਆ ਸੀਗਾ, ਤੇ ਉਹਦੇ ਵਿੱਚ ਜਿਹੜਾ ਆ ਉਹ ਮੈਰਵਾਨਾ ਜਿਹੜਾ ਪੋਜ਼ੀਟਿਵ ਆਇਆ ਸੀਗਾ। ਸੋ ਮੈਰਵਾਨਾ ਦੀ ਗੱਲ ਕਰਦੀ ਹੈ ਕਿ ਕਈ ਸਾਡੇ ਵੀ ਜਿਹੜੀ ਕਮਿਊਨਿਟੀ ਹੈਗੀ ਉਹਦੇ ਵਿੱਚ ਵੀ ਸ਼ਾਇਦ ਹੋ ਸਕਦਾ ਕਿ ਕੋਈ ਨਾ ਖਾਂਦਾ ਹੋਵੇ ਜਾਂ ਨਾ ਪੀਂਦਾ ਹੋਵੇ, ਪਰ ਕਈ ਐਸੀਆਂ ਚੀਜ਼ਾਂ ਹੈਗੀਆਂ ਔਰ ਖਾਣੇ ਹੈਗੇ ਆ, ਕਈ ਆਪਣੇ ਜਿਹੜੀਆਂ ਚੀਜ਼ਾਂ ਮਿਲਦੀਆਂ ਹੈਗੀਆਂ ਜਿਹਦੇ ਵਿੱਚ ਕਿ ਪੋਜ਼ੀਟਿਵ ਆ ਜਾਂਦਾ ਬੰਦਾ। ਔਰ ਖਾਸ ਕਰਕੇ ਜੇ ਤੁਸੀਂ ਟਰੱਕਿੰਗ ਇੰਡਸਟਰੀ 'ਚ ਹੈਗੇ ਆ ਤਾਂ ਇੱਕ ਗੱਲ ਦਾ ਜਿਹੜਾ ਆ ਉਹ ਮੈਂ ਕਹੂੰਗਾ ਕਿ ਬਿਲਕੁਲ ਧਿਆਨ ਰੱਖੋ ਕਿ ਆਪਣੇ ਬੰਦੇ ਹਮੇਸ਼ਾ ਜਿਹੜੀ ਇੰਡੀਆ ਦੀ ਦਵਾਈ ਆ ਉਹ ਸ਼ਾਇਦ ਜਾਰੀ ਲੈਣਾ ਪਸੰਦ ਕਰਦੇ। ਇੰਡੀਆ ਦੀ ਦਵਾਈ ਸਟਰੋਂਗ ਹੁੰਦੀ ਆ ਔਰ ਉਹਦੇ ਵਿੱਚ ਜਿਹੜੇ ਨਸ਼ਾ ਹੈਗਾ ਆ ਉਹ ਇੱਥੇ ਜਦੋਂ ਪੋਜ਼ੀਟਿਵ ਆ ਜਾਂਦਾ ਆ, ਜੇ ਤੁਹਾਡੇ ਕੋਲ ਇੰਡੀਆ ਦੇ ਡਾਕਟਰ ਦੀ ਸਪੈਸੀਫਿਕ ਤੁਹਾਡੇ ਨਾਂ ਤੇ ਸਪੈਸੀਫਿਕ ਜੀ ਪ੍ਰਿਸਕ੍ਰਿਪਸ਼ਨ ਨਹੀਂ ਹੈਗੀ ਤੇ ਉਹ ਫਿਰ ਇੱਥੋਂ ਦਾ ਡਾਕਟਰ ਨਹੀਂ ਮੰਨਦਾ ਹੈਗਾ। ਸਾਡੇ ਕੋਲ ਕਈ ਐਸੇ ਜਿਹੜੇ ਸਾਡੇ ਟਰੱਕਰ ਹੈਗੇ ਆ ਜਿਹੜੇ ਜਿਨ੍ਹਾਂ ਦੇ ਕੀ ਫੋਲੋ ਅਪ ਡਾਕਟਰਸ ਚੱਲ ਰਹੇ ਹੈਗੇ ਆ, ਜਿਹੜੇ ਕਿ ਇਸ ਚੀਜ਼ ਦੀ ਮਾਰ ਹੇਠ ਆ ਗਏ ਆ ਔਰ ਉਹਨਾਂ ਦੇ ਕੋਲ ਪ੍ਰੋਪਰ ਪ੍ਰਿਸਕ੍ਰਿਪਸ਼ਨ ਹੈ ਨਹੀਂ ਸੀ, ਸੋ ਇਸ ਕਰਕੇ ਉਹਨਾਂ ਨੂੰ ਪੂਰਾ ਫੋਲੋ ਅਪ ਦੇ ਥਰੂ ਜਾਣਾ ਪੈ ਰਿਹਾ। ਸੋ ਜਿਹੜਾ ਇਹ ਕੇਸ ਹੈਗਾ ਆ, ਇਹ ਕੇਸ ਆਪਾਂ ਇਹ ਨਹੀਂ ਸੋਚਣਾ ਕਿ ਇੱਥੇ ਕੇਸ ਚੱਲ ਰਿਹਾ ਹੈਗਾ ਕਿ ਮੈਰਵਾਨਾ ਕਰ ਸਕਦੇ ਹੈਗੇ ਜਾਂ ਨਹੀਂ ਕਰ ਸਕਦੇ ਹੈਗੇ, ਇਹਦਾ ਕੇਸ ਨਹੀਂ ਹੈਗਾ। ਇਹ ਕੇਸ ਟੋਟਲੀ ਡਿਫਰੈਂਟ ਹੈਗਾ, ਬਟ ਡੈਫੀਨੇਟਲੀ ਆਪਾਂ ਆਪਣੀ ਜਿਹੜੀ ਹੈ ਇੱਥੇ ਨਜ਼ਰ ਪੂਰੀ ਬਣਾ ਕੇ ਰੱਖਾਂਗੇ, ਦੇਖਦੇ ਹਾਂ ਕਿ ਇਹ 'ਚ ਕੀ ਫੈਸਲਾ ਆਉਂਦਾ। ਜੀ ਨਹੀਂ ਬਿਲਕੁਲ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਚੱਲਦੀਆਂ ਆ, ਇਹ ਹੋ ਰਿਹਾ ਆ ਤੇ ਧਿਆਨ ਜਿਹੜਾ ਉਹ ਜ਼ਰੂਰ ਰੱਖਣ ਦੀ ਜ਼ਰੂਰਤ ਆ। ਜਿੱਦਾਂ ਤੁਸੀਂ ਕਈ ਵਾਰੀ ਖਾਣਿਆਂ ਦਾ ਵੀ ਕੀਤਾ ਆ, ਭੰਗ ਆਪਾਂ ਨੂੰ ਪਤਾ ਹੈ ਵੀ ਆਪਣੇ ਵਾਲੇ ਪਾਸੇ ਕਈ ਜਾਣੇ ਜਿਹੜੇ ਆ ਉਹ ਕਰਨ ਲੱਗ ਜਾਂਦੇ ਆ, ਆ ਜਾਂਦੀ ਆ ਇਹ ਹੁਣ ਕਿਉਂਕਿ ਇੱਥੇ ਤੁਸੀਂ ਰਹਿੰਦੇ ਆ ਤੇ ਜਦੋਂ ਐਕਸਪੋਜ਼ ਹੁੰਦੇ ਆ ਤੇ ਬੰਦੇ ਨੂੰ ਕਈ ਨਹੀਂ ਵੀ ਪਤਾ ਹੁੰਦਾ, ਉਹ ਵੀ ਫਸ ਜਾਂਦੇ ਆ। ਸੋ ਇਹ ਭਾਈ ਜਿਹੜਾ ਧਿਆਨ ਦੇ ਨਾਲ ਜਿਹੜਾ ਉਹ ਚੱਲੋ, ਕੀ ਖਾਂਦੇ ਪੀਂਦੇ ਆ, ਕਿੱਥੋਂ ਖਾ ਪੀ ਰਹੇ ਆ, ਇਹਦਾ ਜਿਹੜਾ ਉਹ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਆ। ਹੈਲੋਵੀਨ ਦੇ ਉੱਤੇ ਅਕਸਰ ਇਹ ਜਿਹੜੀਆਂ ਸ਼ਿਕਾਇਤਾਂ ਜਾਂ ਇਹ ਜਿਹੜੀਆਂ ਚਰਚਾਵਾਂ ਚੱਲਦੀਆਂ ਰਹਿੰਦੀਆਂ, ਇਹ ਹੁੰਦੀਆਂ ਰਹਿੰਦੀਆਂ ਆ ਵੀ ਭਾਈ ਕਿਸੇ ਨੇ ਕੈਂਡੀ ਦੇ ਵਿੱਚ ਕੁਛ ਪਾਤਾ, ਕਿਸੇ ਨੇ ਕੁਛ ਜਿਹੜਾ ਉਹ ਕਰਤਾ। ਸੋ ਇਸ ਚੀਜ਼ ਦਾ ਜਿਹੜਾ ਉਹ ਜ਼ਰੂਰ ਧਿਆਨ ਰੱਖਿਆ ਜਿਹੜਾ ਉਹ ਜਾਵੇ ਜੀ। ਤੇ ਹੋਰ ਜਿਹੜੀਆਂ ਨਿਊਜ਼ ਆ, ਟਰੱਕਿੰਗ ਨਿਊਜ਼ ਆ, ਉਸ ਦੇ ਵੱਲ ਜੇ ਆਪਾਂ ਵੱਧਦੇ ਜਾਈਏ, ਰਮਨ ਜੀ ਉਹ ਜਿਹੜੀ ਬੀਤੇ ਦਿਨਾਂ ਦੇ ਵਿੱਚ ਉਹ ਜਿਹੜੀ ਨਿਊਜ਼ ਆਈ ਸੀ, ਇੱਕ ਪੰਜਾਬੀ ਦਾ ਜਿਹੜਾ ਮੁੰਡੇ ਦਾ ਜਿਹਦਾ ਕਤਲ ਹੋਇਆ ਸੀ, ਉਸ ਮਾਮਲੇ ਦੇ ਵਿੱਚ ਅਪਡੇਟ ਆਈ ਆ, ਇੱਕ ਪੰਜਾਬੀ ਉਹੀ ਫੜਿਆ ਗਿਆ ਜੀ। ਇਸ ਵੇਲੇ ਉਹਦੇ ਜਿਹੜੇ ਆ ਵਾਰੰਟ ਜਾਰੀ ਹੋਏ ਆ, ਆਈ ਡੋਨਟ ਨੋ ਅਜੇ ਅਰੈਸਟਡ ਹੈਗਾ ਕਿ ਨਹੀਂ ਹੈਗਾ, ਪਰ ਇਹੋ ਹੀ ਅਸੀਂ ਜਿਹੜੀਆਂ ਫੌਕਸ ਨਿਊਜ਼ ਉੱਥੋਂ ਦੀਆਂ ਲੋਕਲ ਨਿਊਜ਼ ਹੈਗੀਆਂ ਉਹ ਦੇਖੀ ਹੈਗੀ ਆ ਯੂਟਾ ਦੀ, ਤੇ ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਉਹਦਾ ਜਿਹੜਾ ਡਰਾਮੈਟਿਕ ਟਰਨ ਜਿਹੜਾ ਹੋਇਆ ਹੈਗਾ ਉਹ ਇਹ ਹੋਇਆ ਹੈਗਾ ਕਿ ਉਸ ਕੇਸ ਦੇ ਵਿੱਚ ਇੱਕ ਕੋਈ ਪੰਜਾਬੀ ਸੀਗਾ ਜਿਹੜਾ ਕਿ ਰੀਨੋ ਤੋਂ ਲੈ ਕੇ ਤੇ ਉੱਥੋਂ ਤੱਕ ਉਹਦਾ ਪਿੱਛਾ ਕਰਦਾ ਜਾ ਰਿਹਾ ਸੀਗਾ ਮਰਸੀਡੀਜ਼ ਕਾਰ ਦੇ ਵਿੱਚ, ਤੇ ਉਹਨੂੰ ਇਸ ਚੀਜ਼ ਦੇ ਵਿੱਚ ਉਹਦੇ ਅਰੈਸਟ ਵਾਰੰਟ ਜਿਹੜੇ ਇਸ਼ੂ ਹੋ ਚੁੱਕੇ ਆ। ਸੋ ਆਈ ਹੋਪ ਕਿ ਇਹ ਚੀਜ਼ਾਂ ਜਿਹੜੀਆਂ ਆ ਇਹ ਫਿਰ ਅਗੇਨ ਮੈਂ ਇੱਕ ਦੋ ਵੀਡੀਓਜ਼ ਵਾਚ ਕਰ ਰਿਹਾ ਸੀਗਾ ਔਰ ਉਹਦੇ ਵਿੱਚ ਜਿਹੜੀਆਂ ਕੀ ਚੀਜ਼ਾਂ ਤੁਸੀਂ ਜਿੰਨੇ ਵੀ ਸੋਸ਼ਲ ਮੀਡੀਆ ਤੇ ਬੈਠੇ ਹੈਗੇ ਆ, ਤੁਹਾਡੀ ਇੱਕ ਮੋਰਲ ਰਿਸਪੌਂਸਿਬਿਲਿਟੀ ਲੈ ਕੇ ਚੱਲੀਏ। ਕੋਈ ਕਹਿ ਰਿਹਾ ਕਿ ਦੇਖੋ ਐਵੇਂ ਕਹਿ ਦਿੰਦੇ ਆ ਉੱਥੇ ਐਗਜ਼ਿਟ ਤੇ ਨਹੀਂ ਸੌਣਾ ਚਾਹੀਦਾ, ਇਹ ਨਹੀਂ, ਇਹ ਗੋਰੇ ਲੋਕ ਏਦਾਂ ਦੇ ਨਹੀਂ ਹੈਗੇ, ਇਹ ਤਾਂ ਆਪਣਾ ਹੀ ਸੀਗਾ, ਏਦਾਂ ਸੀਗਾ, ਉੱਦਾਂ ਸੀਗਾ। ਜਿਹੜੀ ਅਸੀਂ ਗੱਲ ਕਰਦੇ ਹਾਂ, ਸਾਡੀ ਗੱਲ ਟੋਟਲੀ ਜਿਹੜੀ ਆ ਉਹ ਹੁੰਦੀ ਆ ਕਿ ਤੁਸੀਂ ਆਪਣੀ ਸੇਫਟੀ ਕਿਤੇ ਰੱਖਣੀ ਹੈ। ਔਰ ਇਸ ਕੇਸ ਨੂੰ ਲੈ ਕੇ ਬਿਲਕੁਲ ਖਾਸ ਇੱਕ ਹੋਰ ਇਹ ਹੈ ਕਿ ਤੁਸੀਂ ਆਪਣਾ ਜਦੋਂ ਤੁਸੀਂ ਡਰਾਈਵ ਕਰਦੇ ਆ, ਤੁਸੀਂ ਆਪਣਾ ਜ਼ਰੂਰ ਬੈਕ ਮਿਰਰ ਵਾਚ ਕਰੋ ਕਿ ਕੌਣ ਹੈ ਜਿਹੜਾ ਤੁਹਾਨੂੰ ਲਗਾਤਾਰ ਫੋਲੋ ਕਰ ਰਿਹਾ ਹੈਗਾ।
ਦੇਖੋ ਇਹ ਕਾਰ ਹਰ ਗੈਸ ਸਟੇਸ਼ਨ ਤੇ ਉਹਦੇ ਨਾਲ ਨਿਕਲੀ ਹੈਗੀ, ਹਰ ਟਰੱਕ ਸਟਾਪ ਤੇ ਨਾਲ ਨਿਕਲੀ ਹੈਗੀ ਆ, ਉਹਦੇ ਆਲੇ ਦੁਆਲੇ ਘੁੰਮਦੀ ਰਹੀ ਹੈਗੀ ਆ, ਉਹਦੇ ਪਿੱਛੇ ਐਗਜ਼ਿਟ ਕੱਢੇ ਆ, ਉਹਨੇ ਵਾਪਸ ਟਰੱਕ ਘੁਮਾਇਆ ਵਿਨਮਾਕਾ ਤੋਂ, ਕਈ ਜਗ੍ਹਾ ਤੋਂ ਉਹਨੇ ਟਰੱਕ ਘੁੰਮਿਆ, ਪਰ ਕਾਰ ਉਹਦੇ ਨਾਲ ਰਹੀ ਹੈ। ਔਰ ਇਹ ਸੋਚਣ ਵਾਲੀ ਗੱਲ ਹੈ ਕਿ ਰੀਨੋ ਤੋਂ ਲੈ ਕੇ ਤੇ ਯੂਟਾ ਤੱਕ ਹੀ ਕੁਡ ਨਾਟ ਫਿਗਰ ਇਟ ਆਊਟ ਕਿ ਕੋਈ ਮੇਰਾ ਪਿੱਛਾ ਕਰ ਰਿਹਾ ਹੈਗਾ, ਔਰ ਫਿਰ ਵੀ ਉਸ ਸੁਨਸਾਨ ਜਗ੍ਹਾ ਤੇ ਜਾ ਕੇ ਸੌ ਗਿਆ। ਠੀਕ ਹੈ ਨਾ। ਸੋ ਇਹ ਅਣਗਹਿਲੀ ਜਿਹੜੀ ਹੈ ਨਾ, ਇਹ ਆਪਣੇ ਤੇ ਹੋਰ ਕੋਈ ਵੀ ਟਰੱਕਰ ਜਿਹੜਾ ਹੈਗਾ ਨਾ, ਇਹ ਅਣਗਹਿਲੀ ਨਹੀਂ ਕਰਨੀ ਚਾਹੀਦੀ। ਪਹਿਲਾਂ ਤਾਂ ਤੁਸੀਂ ਵਾਚ ਕਰੋ ਕਿ ਤੁਹਾਡੇ ਪਿੱਛੇ ਕੌਣ ਆ ਰਿਹਾ। ਦੂਸਰਾ, ਟਰਾਈ ਟੂ ਬੀ ਸੇਫ, ਹੈ ਨਾ। ਪੁਲਿਸ ਨੂੰ ਕਾਲ ਕਰਨ ਦੇ ਵਿੱਚ ਕੋਈ ਹਰਜ ਨਹੀਂ ਹੁੰਦਾ, ਪੁਲਿਸ ਆਉਂਦੀ ਹੈ, ਚੈੱਕ ਕਰਦੀ ਹੈ, ਦੇਖੋ ਕੀ ਹੁੰਦਾ। ਤੇ ਦੂਸਰੀ ਗੱਲ ਇਹ ਆ ਰਾਜਕਰਨ ਵੀ ਬਹੁਤ ਜ਼ਿਆਦਾ ਜਿਹੜੇ ਲੋਕੀ ਹੈਗੇ ਆ ਸੋਸ਼ਲ ਮੀਡੀਆ ਦੇ ਉੱਤੇ, ਉਹ ਕਈ ਵਾਰੀ ਤਾਂ ਬਹੁਤ ਦੁੱਖ ਲੱਗਦਾ ਕਿ ਜਦੋਂ ਗੱਲ ਕਰ ਰਹੇ ਹੁੰਦੇ ਆ, ਜਿਵੇਂ ਕਿ ਆਪਣੇ ਇੱਕ ਮੰਦਭਾਗੀ ਘਟਨਾ ਟਰਲਕ ਦੇ ਵਿੱਚ ਵੀ ਵਾਪਰੀ ਆ, ਤੇ ਟਰਲਕ ਗੁਰੂ ਘਰ ਦੇ ਵਿੱਚ ਵੀ, ਉਹਦੇ ਬਾਰੇ ਦੇ ਵਿੱਚ ਕਈ ਮੈਂ ਦੇਖਿਆ ਕਿ ਜਿਹੜੇ ਵੀਡੀਓ ਬਣਾਉਂਦੇ ਨੇ, ਪਤਾ ਨਹੀਂ ਵਿਊਜ਼ ਲੈਣ ਦੇ ਮਾਰੇ ਦੇ ਵਿੱਚ ਕੀ ਗੱਲ ਕਰ ਰਹੇ ਆ, ਕੀ ਨਹੀਂ ਕਰ ਰਹੇ। ਬਹੁਤ ਹੀ ਜ਼ਿਆਦਾ ਉਹ ਭੱਦਾ ਲੱਗਦਾ ਹੈਗਾ ਕਿ ਜਦੋਂ ਉਹ ਏਦਾਂ ਕੋਈ ਇਹ ਕੋਈ ਮੈਂ ਆਪ ਨੂੰ ਖੁਦ ਨੂੰ ਆਪਣੇ ਆਪ ਨੂੰ ਇਹ ਨਹੀਂ ਕਹਿੰਦਾ ਕਿ ਮੈਂ ਕੋਈ ਰਿਪੋਰਟਿੰਗ ਦੀ ਕੋਈ ਡਿਗਰੀ ਕੀਤੀ ਆ ਜਾਂ ਮੈਂ ਕੋਈ ਇਸ ਤਰ੍ਹਾਂ ਦੀ ਕੋਈ ਕੀਤੀ ਆ, ਪਰ ਜਦੋਂ ਏਦਾਂ ਦੀ ਕੋਈ ਗੱਲ ਕਰਨ ਲੱਗਦੀ ਹੈ ਤਾਂ ਬੜੇ ਧਿਆਨ ਦੇ ਨਾਲ, ਬੜੀ ਸਮਝਦਾਰੀ ਨਾਲ, ਸੋਚ ਸਮਝ ਨਾਲ ਗੱਲ ਕਰਨੀ ਚਾਹੀਦੀ ਆ। ਤੁਸੀਂ ਕੁਐਸਚਨ ਚੁੱਕ ਰਹੇ ਆ ਗੁਰਦੁਆਰੇ 'ਚ ਹੀ ਕਿਉਂ, ਜਾਂ ਇੱਥੇ ਕਿਉਂ, ਜਾਂ ਆਹ ਕਿਉਂ, ਜਾਂ ਉਹ ਕਿਉਂ, ਤੁਸੀਂ ਹੂ ਆਰ ਯੂ ਟੂ ਰੇਜ਼ ਅ ਕੁਐਸਚਨ। ਠੀਕ ਹੈ ਨਾ। ਇਹ ਪੁਲਿਸ ਦਾ ਕੰਮ ਹੈਗਾ, ਜਾਂ ਇਹ ਇੱਕ ਪਰਿਵਾਰ ਦਾ ਨੁਕਸਾਨ ਹੋਇਆ ਹੈਗਾ, ਔਰ ਅਸੀਂ ਉਸੇ ਚੀਜ਼ ਦੇ ਉੱਤੇ ਏਦਾਂ ਦੀਆਂ ਚੀਜ਼ਾਂ ਬਣਾ ਲੈਂਦੇ ਹਾਂ ਕਿ ਪਰ ਇਹ ਸਾਰੀਆਂ ਚੀਜ਼ਾਂ ਪ੍ਰੀਵੈਂਟੇਬਲ ਹੈਗੀਆਂ, ਔਰ ਇਹ ਬਿਲਕੁਲ 100% ਹੈਗੀ, ਪ੍ਰੀਵੈਂਟੇਬਲ ਹੈਗੀਆਂ, ਔਰ ਇਹਨਾਂ ਪ੍ਰੀਵੈਂਟ ਕੀਤਾ ਜਾ ਸਕਦਾ। ਸਾਡੇ ਜਿਹੜੇ ਆਸ-ਪਾਸ ਜਿੰਨੇ ਵੀ ਸਾਡੇ ਪ੍ਰਾਣੀ ਰਹਿੰਦੇ ਆ, ਜਾਂ ਜਿੰਨੇ ਵੀ ਦੋਸਤ ਮਿੱਤਰ ਭੈਣ ਭਰਾ ਫੈਮਿਲੀ ਮੈਂਬਰ ਰਹਿੰਦੇ ਆ, ਕਿਸੇ ਨਾ ਕਿਸੇ ਨੂੰ ਪਤਾ ਹੁੰਦਾ ਕਿ ਕੀ ਚੱਲ ਰਿਹਾ ਹੈਗਾ ਕਿਸੇ ਦੀ ਲਾਈਫ ਦੇ ਵਿੱਚ। ਹਾਂ ਠੀਕ ਹੈ, ਇੰਟਰਨਲੀ ਉਹਦੇ ਮਨ 'ਚ ਕੀ ਚੱਲ ਰਿਹਾ ਨਹੀਂ ਪਤਾ, ਲੇਕਿਨ ਉਹਦੇ ਹਾਵ ਭਾਵ ਤੋਂ ਪਤਾ ਲੱਗਦਾ ਕਿ ਕੀ ਹੋ ਰਿਹਾ। ਸੋ ਜੇ ਕੋਈ ਇੱਦਾਂ ਦੀ ਸਿਚੁਏਸ਼ਨ ਹੈਗੀ ਆ, ਕਨਫਰਮ ਨਹੀਂ ਹੈਗੀ, ਸ਼ਾਇਦ ਸਟਾਕਟਨ ਦੇ ਵਿੱਚ ਵੀ ਕੋਈ ਹਾਦਸਾ ਵਾਪਰਿਆ ਹੈਗਾ, ਪਰ ਕਨਫਰਮ ਨਹੀਂ ਹੈਗਾ। ਪਰ ਡੈਫੀਨੇਟਲੀ ਇਹਨਾਂ ਚੀਜ਼ਾਂ ਬਾਰੇ ਗੱਲ ਕਰਨ ਲੱਗੇ 100 ਵਾਰੀ ਸੋਚਿਆ ਕਰੋ ਵੀ ਤੁਸੀਂ ਕੁਐਸਚਨ ਕਰਨ ਦਾ ਹੱਕ ਤੁਸੀਂ ਕਿਹਦੇ ਕੋਲੋਂ ਲਿਆ ਹੈਗਾ, ਕਿਉਂ ਤੁਸੀਂ ਏਦਾਂ ਦੀਆਂ ਕੁਐਸਚਨ ਜਿਹੜੇ ਕਰਦੇ ਹੈਗੇ ਆ। ਮੈਨੂੰ ਬਹੁਤ ਦੁੱਖ ਹੁੰਦਾ ਕਿ ਜਦੋਂ ਕਿਸੇ ਨੂੰ ਸੁਣੀਦਾ ਔਰ ਉਹ ਇਹੋ ਜਿਹੇ ਕੁਐਸਚਨ ਕਰ ਰਹੇ ਹੁੰਦੇ ਆ ਆਨਲਾਈਨ ਕਿ ਜਿਹੜੇ ਵਾਹਿਯਾਤ ਲੱਗਦੇ ਆ। ਬਿਲਕੁਲ ਜੀ ਬਿਲਕੁਲ। ਸੋ ਜਿਹੜੀ ਇਹ ਯੂਟਾ ਦੇ ਵਿੱਚ ਕਤਲ ਹੋਇਆ ਸੀ ਟਰੱਕ ਦੇ ਪਿੱਛੇ ਮਰਸਡੀ ਕਾਰ, ਉਹ ਨਵਾਡਾ ਸਟੇਟ ਤੋਂ ਹੀ ਜਿਹੜਾ ਸਾਰਾ ਕੁਝ ਟਰੈਕ ਹੋ ਗਿਆ, ਕਿਉਂਕਿ ਅੱਜ ਕੱਲ ਜਿੰਨੇ ਵੀ ਪੁਲਿਸ ਕਾਰਸ ਆ ਉਹਨਾਂ ਦੇ ਰੀਡਰ ਲੱਗੇ ਹੋਏ ਹੈਗੇ ਆ, ਨੇਮ ਪਲੇਟ ਜਿਹੜੀ ਪੜ੍ਹ ਹੋ ਜਾਂਦੀ ਆ। ਸੋ ਜਸਵਿੰਦਰ ਸਿੰਘ ਢਿੱਲੋਂ 46 ਸਾਲਾਂ ਦਾ, ਵਾਸ਼ਿੰਗਟਨ ਸਟੇਟ ਦਾ, ਉਹਨਾਂ ਨੂੰ ਚਾਰਜ ਕੀਤਾ ਗਿਆ ਆ ਕ੍ਰਿਮੀਨਲ ਹੋਮੋਸਾਈਡ, ਐਗਰੇਵੇਟਡ ਮਰਡਰ ਤੇ ਐਗਰੇਵੇਟਡ ਕਿਡਨੈਪਿੰਗ ਤੇ। ਤੁਸੀਂ ਦੇਖਿਆ ਹੋਣਾ ਆ ਪਈ ਯੂਟਾ ਦੇ ਵਿੱਚ ਇੱਕ ਆਪਣਾ ਹੀ ਪੰਜਾਬੀ ਜਿਹੜਾ ਟਰੱਕਰ ਸੀਗਾ, ਉਸ ਨੂੰ ਜਿਹੜਾ ਜਦੋਂ ਟਰੱਕ 'ਚ ਸੁੱਤਾ ਪਿਆ ਸੀ ਉੱਥੇ ਉਹਦਾ ਜਿਹੜਾ ਕਤਲ ਕਰ ਦਿੱਤਾ ਗਿਆ ਸੀ। ਇਹ ਥੋੜੇ ਦਿਨਾਂ ਦੀ ਗੱਲ ਹੈਗੀ ਆ, ਪਰ ਹੁਣ ਇਹ ਸਾਰਾ ਕੁਝ ਜਿਹੜਾ ਆ ਕਲੀਅਰ ਹੋ ਗਿਆ, ਕੌਣ ਉਹਦੇ ਵਿੱਚ ਇਨਵੋਲਵ ਸੀਗਾ ਤੇ ਕਿਹੜੀ ਪਲੇਟ ਹੈਗੀ, ਸਾਰਾ ਕੁਝ ਉਹਨਾਂ ਨੇ ਕਹਿੰਦੇ ਵੀ ਕਿਹੜੇ ਨਵਾਡਾ ਦੇ ਗੈਸ ਸਟੇਸ਼ਨ ਤੇ ਉਹ ਕਾਰ ਰੁਕੀ, ਕਿੱਧਰ ਨੂੰ ਗਈ, ਸਾਰਾ ਕੁਝ ਮਿੰਟ ਬਾਈ ਮਿੰਟ ਡਾਟਾ ਇਕੱਠਾ ਹੋਇਆ। ਸੋ ਜੇ ਕੋਈ ਕ੍ਰਾਈਮ ਕਰਦਾ ਹੈ ਇੱਥੋਂ ਭੱਜ ਨਹੀਂ ਸਕਦਾ ਹੈਗਾ, ਇੱਥੋਂ ਇਹ ਗੱਲ ਜਿਹੜੀ ਆ ਕਲੀਅਰ ਹੋ ਗਈ ਆ। ਪਰ ਇਹ ਜੋ ਵੀ ਹੋਇਆ ਮਾੜੀ ਗੱਲ ਆ, ਇੱਦਾਂ ਦੀ ਘਟਨਾ ਨਹੀਂ ਵਾਪਰਨੀ ਚਾਹੀਦੀ। ਦੂਸਰਾ, ਟਰਲਕ ਗੁਰਦੁਆਰਾ ਸਾਹਿਬ ਦੇ ਵਿੱਚ ਸੀ, ਸਾਨੂੰ ਵੀ ਬਹੁਤ ਕਾਲਾਂ ਆਈਆਂ, ਤੁਸੀਂ ਖਬਰ ਨਹੀਂ ਸਾਂਝੀ ਕਰਦੇ, ਆਹ ਕਰੋ। ਹੁਣ ਦੱਸੋ ਇਹਦੇ 'ਚ ਸਾਂਝੀ ਕਰਨ ਵਾਲੀ ਕੀ ਗੱਲ ਹੈਗੀ ਆ? ਜੇ ਹੁਣ ਬੰਦਾ ਵਿਚਾਰਾ ਅਪਸੈਟ ਸੀ, ਉਹਨ ਆਪਣੇ ਆਪ ਨੂੰ ਏਦਾਂ ਕਰ ਲਿਆ, ਨਹੀਂ ਚਾਹੀਦਾ ਸੀ। ਏਦਾਂ ਹੀ ਹੁਣ ਸਟਾਕਟਨ ਤੋਂ ਵੀ ਇੱਕ ਖਬਰ ਆ ਰਹੀ ਆ ਵੀ ਉੱਥੇ ਵੀ ਆਪਣੇ ਕਿਸੇ ਨੌਜਵਾਨ ਨੇ ਸੁਸਾਈਡ ਕਰ ਲਿਆ। ਭਈ ਇਹ ਬਹੁਤ ਮਾੜੀ ਗੱਲ ਆ। ਤੁਸੀਂ ਘੱਟੋ ਘੱਟ ਬੜੀਆਂ ਕੰਪਨੀਆਂ ਦੇ ਜਿਹੜਾ ਵਾਲਮਾਰਟ ਦਾ ਓਨਰ ਸੀ ਸੈਮ ਵਾਲਟਨ, ਵਾਲਟ ਡਿਜ਼ਨੀ ਵਾਲੇ ਨੂੰ ਦੇਖੋ, ਉਹਨੇ ਕਿੰਨੀ ਵਾਰੀ ਬੈਂਕਰਪਸੀ ਕੀਤੀ ਸੀ, ਮੁੜ ਕੇ ਫਿਰ ਕਿਹੜੀਆਂ ਕੰਪਨੀਆਂ ਖੜੀਆਂ ਕਰ ਲਈਆਂ। ਅਮਰੀਕਾ ਦੇ ਵਿੱਚ ਕੋਈ ਭੁੱਖਾ ਨਹੀਂ ਮਰਦਾ ਹੈਗਾ, ਗੁਰੂ ਘਰ ਸਾਡੇ ਖਾਲੀ, ਜਦ ਮਰਜੀ ਤੁਸੀਂ ਜਾ ਸਕਦੇ ਆ ਉੱਥੇ, ਸਵੇਰੇ ਸ਼ਾਮ ਛਕੋਗੇ, ਤੁਹਾਨੂੰ ਕੋਈ ਪੁੱਛੂਗਾ ਨਹੀਂ, ਬੰਦੇ ਦੇ ਪੈਰ ਲੱਗ ਜਾਂਦੇ ਹੁੰਦੇ ਆ। ਸੋ ਇੱਕ ਦੂਜੇ ਦਾ ਸਾਥ ਦੇਈਏ, ਬਿਜ਼ਨਸ ਜਿਹੜੇ ਆ ਉਹ ਉੱਪਰ ਥੱਲੇ ਹੁੰਦੇ ਰਹਿੰਦੇ ਆ। ਬੜੀਆਂ ਕੰਪਨੀਆਂ ਆਪਾਂ ਦੇਖੀਆਂ ਕਿੱਥੇ ਦੀਆਂ ਕਿੱਥੇ ਚਲ ਗਈਆਂ, ਕਈ ਬੈਂਕਰਪਟੀ ਹੋ ਗਈਆਂ, ਕਈਆਂ ਕੰਪਨੀਆਂ ਦੇ ਨਾਂ ਹੀ ਹੈ ਨਹੀਂ ਹੁਣ ਅੱਜ ਕੱਲ।
ਪਰ ਆਹ ਜਿਹੜਾ ਕੰਮ ਆ ਇਹ ਨਾ ਕਰੋ। ਇਹ ਘੱਟੋ ਘੱਟ ਜਿਹੜੇ ਆਪਣੇ ਪੰਜਾਬੀ ਆ ਉਹਨਾਂ ਨੂੰ ਤਾਂ ਨਹੀਂ ਇਹ ਕੰਮ ਕਰਨਾ ਚਾਹੀਦਾ ਹੈਗਾ। ਵੈਸੇ ਤਾਂ ਕਿਸੇ ਨੂੰ ਵੀ ਨਹੀਂ ਕਰਨਾ ਚਾਹੀਦਾ। ਤੇ ਗੁਰੂ ਦਾ ਓਟ ਆਸਰਾ ਲੈ ਕੇ ਇਸ ਜਿਹੜਾ ਇਹ ਤਾਂ ਜਿਹੜਾ ਗੁਰਬਾਣੀ ਦੇ ਵਿੱਚ ਵੀ ਲਿਖਿਆ ਵੀ ਸਭ ਤੋਂ ਮਾੜੀ ਗੱਲ ਆ ਜੇ ਆਪਣੇ ਆਪ ਨੂੰ ਕਿਸੇ ਨੇ ਨਾਲੇ ਸੁਸਾਈਡ ਦੇਖੋ ਕਰਨਾ। ਇੱਥੇ ਰਿਸੋਰਸਿਸ ਅਵੇਲੇਬਲ ਆ, ਮਦਦ ਅਵੇਲੇਬਲ ਆ, ਤੁਸੀਂ ਉਹਨਾਂ ਦੀ ਮਦਦ ਕਰੋ ਕਿਉਂਕਿ ਇਸ ਮਾਮਲੇ ਦੇ ਵਿੱਚ ਸੁਸਾਈਡ ਦੀ ਗੱਲ ਆ। ਸੋ ਇਹ ਸੈਂਸਿਟਿਵ ਟੌਪਿਕ ਆ ਕਈਆਂ ਦੇ ਲਈ। ਸੋ ਸੁਸਾਈਡ ਦੀ ਜੇ ਤੁਹਾਨੂੰ ਲੱਗਦਾ ਹੈ ਤੇ ਉਹਦੇ ਲਈ ਕਾਲ ਕਰ ਸਕਦੇ ਆ 988 ਇੱਕ ਨੰਬਰ ਆ ਪੂਰੇ ਅਮਰੀਕਾ ਦੇ ਵਿੱਚ ਜਿਹੜਾ ਉਹ ਚੱਲਦਾ ਆ। ਹੈਲਪ ਅਵੇਲੇਬਲ ਆ। ਜੇ ਤੁਹਾਨੂੰ ਕਿਤੇ ਵੀ ਇੱਦਾਂ ਦੇ ਖਿਆਲਾਤ ਆ ਰਹੇ ਆ ਤਾਂ ਤੁਸੀਂ ਉੱਥੇ ਕਾਉਂਸਲਿੰਗ ਕਰ ਸਕਦੇ ਆ, ਗੱਲਬਾਤ ਜਿਹੜੀ ਉਹ ਕਰ ਸਕਦੇ ਹਾਂ। ਤੇ ਆਪਾਂ ਕਿੰਨੀ ਵਾਰੀ ਕਿਹਾ ਵੀ ਆਪਣੀ ਐਜ਼ ਏ ਕਮਿਊਨਿਟੀ ਆਪਾਂ ਸਾਰਿਆਂ ਨੂੰ ਸਾਂਝੇ ਤੌਰ ਦੇ ਉੱਤੇ ਅਜਿਹੇ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰਨ ਦੀ ਜ਼ਰੂਰਤ ਆ। ਜਦੋਂ ਕਿਤੇ ਮੰਦੀ ਦਾ ਦੌਰ ਚੱਲਦਾ ਜਾਂ ਫਾਈਨੈਂਸ਼ੀਅਲ ਤੌਰ ਦੇ ਉੱਤੇ ਕਈ ਦੀ ਬੰਦਾ ਇੱਦਾਂ ਦੇ ਗਲਤ ਸਟੈਪ ਵਧਣ ਵੱਲ ਤੁਰਨ ਨੂੰ ਤੁਰ ਪੈਂਦਾ ਆ, ਉਸ ਮੌਕੇ ਉਹਦੇ ਪਰਿਵਾਰ ਨੂੰ, ਉਹਦੇ ਦੋਸਤਾਂ ਮਿੱਤਰਾਂ ਨੂੰ ਸਭ ਤੋਂ ਵੱਡੇ ਜਿਹੜੇ ਸਹਾਰਾ ਉਹਨਾਂ ਲੋਕਾਂ ਦੀ ਬਣਨ ਦੀ ਜ਼ਰੂਰਤ ਆ। ਜਿੱਦਾਂ ਰਮਨ ਜੀ ਨੇ ਪਹਿਲਾਂ ਵੀ ਕਿਹਾ, ਕਿਹਦੇ ਗੱਲਾਂ ਜਿਹੜੀਆਂ ਉਹ ਕਿੱਦਾਂ ਦੀਆਂ ਕਰ ਰਿਹਾ ਹੁੰਦਾ, ਥੋੜ੍ਹਾ ਜਿਹਾ ਅੰਦਾਜ਼ਾ ਹੋਣ ਲੱਗ ਜਾਂਦਾ ਹੈ ਉਹਦੇ ਆਸ-ਪਾਸ ਲੋਕਾਂ ਨੂੰ। ਉਦੋਂ ਹੀ ਉਹਨਾਂ ਨੂੰ ਜਿਹੜੇ ਪ੍ਰੀਵੈਂਟਿਵ ਮੈਜਰ ਜਾਂ ਇਸ ਪਾਸੇ ਵੱਲ ਨੂੰ ਜਿਹੜਾ ਉਹ ਕਰਨਾ ਜਿਹੜਾ ਉਹ ਚਾਹੀਦਾ ਆ। ਸੋ ਪਲੀਜ਼ ਜੇ ਕਿਸੇ ਦੇ ਮਨ ਦੇ ਵਿੱਚ ਵੀ ਇੱਦਾਂ ਦੇ ਖਿਆਲਾਤ ਆ, ਹੈਲਪ ਅਵੇਲੇਬਲ ਆ। ਬਹੁਤ ਸਾਰੇ ਸਰਕਾਰੀ ਰਿਸੋਰਸਿਸ ਅਵੇਲੇਬਲ ਆ। ਬਹੁਤ ਸਾਰੀਆਂ ਜਿਹੜੀਆਂ ਫਾਊਂਡੇਸ਼ਨਸ ਅਜਿਹਾ ਕੰਮ ਜਿਹੜੀਆਂ ਉਹ ਕਰਦੀਆਂ, ਉਹਨਾਂ ਦੀ ਹੈਲਪ ਜਿਹੜੀ ਉਹ ਜ਼ਰੂਰ ਲਓ। ਤੇ ਨਾਲੇ ਆਪਣੇ ਹਾਂਜੀ ਜੀ 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 ਰਾਜਕਰਨ, ਇੱਥੇ ਮੈਂ ਇੱਕ ਗੱਲ ਕਹਿ ਰਿਹਾ ਕਿ ਇੱਥੇ ਜਿਹੜਾ ਬੰਦਾ ਪ੍ਰਭਾਵਿਤ ਹੁੰਦਾ ਹੈ ਨਾ, ਉਹ ਹੈਲਪ ਆਲਵੇਜ਼ ਨਹੀਂ ਲੈਂਦਾ। ਔਰ ਸਾਰਿਆਂ ਨਾਲੋਂ ਵੱਡੀ ਸਾਡੀ ਕਮਿਊਨਿਟੀ ਦੀ ਸਿਚੁਏਸ਼ਨ ਹੈਗੀ ਆ, ਗਲਤੀ ਉਦੋਂ ਠੀਕ ਕੀਤੀ ਜਾ ਸਕਦੀ ਹੈ ਜਦੋਂ ਗਲਤੀ ਨੂੰ ਪਹਿਲਾਂ ਮੰਨਿਆ ਜਾਵੇ ਕਿ ਇਹ ਗਲਤੀ ਆ। ਅਸੀਂ ਮੰਨਦੇ ਹੀ ਨਹੀਂ ਕਿ ਇਹ ਪ੍ਰੋਬਲਮ ਹੈਗੀ ਆ। ਜੇ ਪ੍ਰੋਬਲਮ ਨੂੰ ਮੰਨਾਂਗੇ ਹੀ ਨਹੀਂ ਤੇ ਪ੍ਰੋਬਲਮ ਸੋਲਵ ਨਹੀਂ ਹੋ ਸਕਦੀ। ਦੂਸਰੀ ਗੱਲ ਇਹ ਆ ਕਿ ਜ਼ਰੂਰੀ ਨਹੀਂਗਾ ਕਿ ਜਿਹੜਾ ਬੰਦਾ ਪੀੜਤ ਹੈਗਾ ਉਹਨੇ ਹੀ ਕਾਲ ਕਰਨੀ ਆ, ਦੂਸਰਾ ਕੋਈ ਫੈਮਿਲੀ ਮੈਂਬਰ ਵੀ ਕਾਲ ਕਰ ਸਕਦਾ। ਔਰ ਅਸੀਂ ਇਸ ਕਰਕੇ ਨਹੀਂ ਕਾਲ ਕਰਦੇ ਕਿ ਯਾਰ ਇਹ ਕੱਲ ਨੂੰ ਫਸਿਆ ਫਿਰੂਗਾ, ਕੀ ਬਣੂਗਾ, ਇਹਦਾ ਕਿੱਦਾਂ ਹੋਊਗਾ। ਯਾਰ ਇਹ ਗੱਲਾਂ ਗਲਤ ਹੈਗੀਆਂ। ਇੱਦਾਂ ਦੀ ਕਾਲ ਦੇ ਨਾਲ ਕੋਈ ਕਿਸੇ ਲੀਗਲ ਤਰੀਕੇ 'ਚ ਨਹੀਂ ਫਸਦਾ ਹੈਗਾ, ਕੋਈ ਕਿਸੇ ਪ੍ਰੋਬਲਮ 'ਚ ਨਹੀਂ ਫਸਦਾ, ਕਿਸੇ ਦੀ ਜਾਨ ਬਚ ਸਕਦੀ ਹੈ। ਸੋ ਜੇ ਤੁਸੀਂ ਕੋਈ ਇੱਦਾਂ ਦਾ ਆਲੇ ਦੁਆਲੇ ਆਪਣੇ ਕੋਈ ਇੱਦਾਂ ਦਾ ਵਰਤੀਰਾ ਦੇਖਦੇ ਹੈਗੇ ਨਾ, ਤੇ ਅਥਾਰਟੀਜ਼ ਨੂੰ 988 ਕਾਲ ਕਰਨ ਨੂੰ ਤੁਹਾਨੂੰ ਵੀ ਉਹੀ ਹੱਕ ਹੈਗੇ ਆ, ਤੁਸੀਂ ਵੀ ਉਹੀ ਕਰ ਸਕਦੇ ਹੈਗੇ ਆ। ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਜਿਹੜੇ ਤੁਹਾਡੇ ਅੱਜ ਕੱਲ੍ਹ ਹੁਣ ਸਟੋਰਾਂ ਵਾਲਿਆਂ ਨੂੰ, ਰੈਸਟੋਰੈਂਟ ਵਾਲਿਆਂ ਨੂੰ, ਵੇਟਰਸ ਨੂੰ, ਹੁਣ ਮੈਂ ਕੱਲ੍ਹ ਹੀ ਸੈਕਰਾਮੈਂਟੋ ਕਾਉਂਟੀ 'ਚ ਦੇਖ ਰਿਹਾ ਸੀਗਾ ਕਿ ਟ੍ਰੇਨਿੰਗ ਦਿੱਤੀ ਜਾ ਰਹੀ ਆ ਵੇਟਰਸ ਨੂੰ ਜਾਂ ਜਿਹੜੇ ਰੈਸਟੋਰੈਂਟਸ ਦੇ ਉੱਤੇ ਕੰਮ ਕਰਦੇ ਹੈਗੇ ਉਹਨਾਂ ਨੂੰ ਕਿ ਲੁੱਕ ਫॉर ਦੀ ਸਿਚੁਏਸ਼ਨਸ। ਜੇ ਇੱਦਾਂ ਦੀਆਂ ਸਿਚੁਏਸ਼ਨ ਜਿਹੜੀਆਂ ਆਉਂਦੀਆਂ ਹੈਗੀਆਂ ਉਹਨਾਂ 'ਤੇ ਨਜ਼ਰ ਰੱਖੋ ਵੀ ਕਿਉਂ ਇੱਦਾਂ ਦੀ ਚੀਜ਼। ਉਹਨੂੰ ਰਿਪੋਰਟਿੰਗ ਜਿਹੜੀ ਆ, ਤੁਹਾਡੇ ਸਕੂਲ ਟੀਚਰ ਆ, ਕਿਉਂ ਤੁਹਾਡੇ ਕਈ ਵਾਰੀ ਬੱਚੇ ਦੇ ਮਾਰ ਦਾ ਨਿਸ਼ਾਨ ਹੋਵੇ ਤੇ ਕਿਉਂ ਸਕੂਲ ਟੀਚਰ ਕਾਲ ਕਰਦਾ, ਕਿਉਂਕਿ ਦੇ ਆਰ ਬੀਇੰਗ ਟ੍ਰੇਨਡ ਫॉर दैट। ਠੀਕ ਹੈ ਨਾ। ਸੋ ਇਸ ਕਰਕੇ ਜਿਹੜੇ ਕੰਪਨੀ ਓਨਰ ਵੀ ਹੈਗੇ ਆ, ਜਿਹੜੇ ਕੰਪਨੀਆਂ ਦੇ ਵਿੱਚ ਇਹ ਬੰਦੇ ਕੰਮ ਕਰਦੇ ਹੈਗੇ ਆ, ਉਹਨਾਂ ਨੂੰ ਵੀ ਇਹ ਚੀਜ਼ਾਂ ਦਾ ਖਿਆਲ ਹੋਣਾ ਚਾਹੀਦਾ ਕਿ ਇਹ ਜਿਹੜੀ ਆ, ਕਿਉਂਕਿ ਉਹਨਾਂ ਦੀ ਵੀ ਜਿਹੜੀ ਮੋਰਲ ਰਿਸਪੋਂਸਿਬਿਲਿਟੀ ਬਣਦੀ ਆ ਕਿ ਜੇ ਕੋਈ ਇੱਦਾਂ ਦੇ ਰਾਹ ਤੇ ਜਾ ਰਿਹਾ ਹੈਗਾ ਤੇ ਨੋਟੀਫਿਕੇਸ਼ਨ ਦੇਣੀ ਪ੍ਰੋਪਰ ਅਥਾਰਟੀਜ਼ ਨੂੰ, ਤਾਂ ਕਿ ਉਹਨਾਂ ਦੀ ਹੈਲਪ ਕੀਤੀ ਜਾ ਸਕੇ, ਨਾ ਕਿ ਉਹਨਾਂ ਨੂੰ ਫਸਾਇਆ ਜਾ ਸਕੇ। ਫਸਾਉਣ ਵਾਲੀ ਗੱਲ ਨਹੀਂ ਕਿ ਇਹ ਅਗਲੇ ਦੀ ਜਾਨ ਬਚਾਉਣ ਵਾਲੀ ਗੱਲ ਹੈ, ਹੈਲਪ ਵਾਲੀ ਗੱਲ ਹੈ। ਸੋ ਬੀ ਵਿਜੀਲੈਂਟ, ਦੇਖੋ, ਧਿਆਨ ਰੱਖੋ ਜੀ। ਨਾਲੇ ਨਾ ਆਪਣੀ ਐਜ਼ ਏ ਕਮਿਊਨਿਟੀ ਨੂੰ ਵੀ ਜੇ ਕੋਈ ਇਦਾਂ ਦੀ ਮਦਦ ਲੈਂਦਾ ਤੇ ਉਹਨੂੰ ਗੈਸ ਲਾਈਟ ਨਾ ਕਰੋ। ਉਹਨੂੰ ਮਦਦ ਦੀ ਜ਼ਰੂਰਤ ਆ ਤੇ ਮਦਦ ਲੈ ਰਿਹਾ ਆ, ਉਹਦਾ ਤੇ ਇਦਾਂ ਆ ਜੀ, ਉਹਦਾ ਤਾਂ ਉਦਾਂ ਆ, ਉਹਨੂੰ ਸ਼ਰਮਿੰਦਿਆਂ ਕਰ ਕਰਕੇ ਉਹਦੇ ਤੇ ਤੰਜ ਕੱਸ ਕੇ ਉਹਨੂੰ ਸਗੋਂ ਤੁਸੀਂ ਉਸ ਪਾਸੇ ਵੱਲ ਨੂੰ ਹੋਰ ਧੱਕ ਰਹੇ ਹੁੰਦੇ ਆ। ਜਿਹੜੇ ਵੀ ਲੋਕ ਇਦਾਂ ਕਰਦੇ ਆ ਉਹਨਾਂ ਨੂੰ ਇਸ ਚੀਜ਼ ਤੋਂ ਗੁਰੇਜ਼ ਜਿਹੜਾ ਉਹ ਕਰਨਾ ਚਾਹੀਦਾ। ਜਾਨਾਂ ਬਚਾਉਣ ਵੱਲ ਨੂੰ ਵਧਣਾ ਚਾਹੀਦਾ, ਨਾ ਕਿ ਜਾਨਾਂ ਜਿਹੜੀਆਂ ਉਹ ਲੈਣ ਵੱਲ ਨੂੰ। ਸੋ ਮਦਦ ਵੀ ਅਵੇਲੇਬਲ ਆ, ਤੁਸੀਂ ਉਹਨਾਂ ਦੇ ਦੋਸਤ ਮਿੱਤਰ ਆ, ਰਿਸ਼ਤੇਦਾਰ ਆ, ਤੁਸੀਂ ਵੀ ਉਹਨਾਂ ਦੇ ਲਈ ਕਰ ਸਕਦੇ ਆ। ਤੇ ਜੇ ਆਪ ਮਦਦ ਲੈਣਾ ਚਾਹੁੰਦੇ ਹੋ, ਕੋਈ ਕਿਸੇ ਦੇ ਮਨ 'ਚ ਇੱਦਾਂ ਦੇ ਖਿਆਲ ਆ, ਤਾਂ ਉਹ ਖੁਦ ਵੀ ਜਿਹੜਾ 988 ਦੇ ਉੱਤੇ ਕਾਲ ਕਰ ਸਕਦੇ ਜੀ। ਸਰੋਤੇ ਤੁਸੀਂ ਕਾਲ ਕਰ ਸਕਦੇ ਹੋ 408 272 5200 408 272 5200। ਤੁਹਾਡਾ ਕੋਈ ਟਰੱਕਿੰਗ ਨਾਲ ਰਿਲੇਟਡ ਜਾਂ ਜਿਹੜੇ ਇਸ਼ੂਜ਼ ਤੇ ਆਪਾਂ ਗੱਲਬਾਤ ਕਰ ਰਹੇ ਹਾਂ, ਕੋਈ ਕੁਐਸਚਨ ਹੈਗਾ, ਕਾਲ ਕਰਕੇ ਆਪਣੇ ਵਿਚਾਰ ਵੀ ਸਾਂਝੇ ਕਰ ਸਕਦੇ ਆ, ਕਿਸੇ ਦਾ ਫਾਇਦਾ ਹੋ ਸਕਦਾ ਹੈ। ਅਗਲੀ ਖਬਰ ਵੱਲ ਚੱਲੀਏ। ਜਿਹੜਾ ATRI ਦਾ ਨਵਾਂ ਸਰਵੇ ਆਇਆ ਆ, ਉਹਦੇ ਵਿੱਚ ਡਰਾਈਵਰਸ ਤੇ ਕੈਰੀਅਰਸ ਦੇ
ਟੌਪ ਕੀ ਇਸ਼ੂ ਆ ਟਰੱਕਿੰਗ ਇੰਡਸਟਰੀ ਦੇ ਵਿੱਚ, ਉਹ ਹੁਣ ਜਿਹੜੇ ਆਏ ਆ ਉਹ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਕਹਿੰਦੇ ਭਈ ਨੰਬਰ 1 ਜਿਹੜਾ ਤੇ ਨੰਬਰ 3 ਇਸ਼ੂ ਇਹ ਕੀ ਹੈਗਾ, ਨੰਬਰ 1 ਪਾਰਕਿੰਗ ਇਸ਼ੂ ਆਇਆ, ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆ, ਤੇ ਨੰਬਰ 2 ਡਰਾਈਵਰ ਕੰਪਨਸੇਸ਼ਨ, ਨੰਬਰ 3 ਜਿਹੜਾ ਹੈਗਾ ਆ ਇਕੋਨਮੀ ਆ, ਤੇ ਨੰਬਰ 4 ਡਿਟੈਂਸ਼ਨ ਡਿਲੇ ਐਟ ਕਸਟਮਰ ਫੈਸਿਲਿਟੀਜ਼, ਨੰਬਰ 5 ਸਪੀਡ ਲਿਮਟਰਸ, 6 ਦੇ ਉੱਤੇ ਬ੍ਰੋਕਰ ਇਸ਼ੂ, 7 ਦੇ ਉੱਤੇ ELD ਮੈਂਡੇਟ, 8 ਦੇ ਉੱਤੇ ਫਿਊਲ ਪ੍ਰਾਈਸਸ। ਸੋ ਫਿਊਲ ਪ੍ਰਾਈਸਸ ਪਿਛਲੇ ਸਾਲ ਨੰਬਰ 2 ਦੇ ਉੱਤੇ ਸੀ ਗੈਸ ਦੀਆਂ, ਹੁਣ ਇਹ ਨੰਬਰ 8 ਤੇ ਚਲਾ ਗਿਆ। ਨੰਬਰ 9 ਦੇ ਉੱਤੇ ਆਟੋਨੋਮਸ ਟਰੱਕਸ ਆ, ਤੇ ਨੰਬਰ 10 ਦੇ ਉੱਤੇ ਡਰਾਈਵਿੰਗ ਟ੍ਰੇਨਿੰਗ ਸਟੈਂਡਰਡਸ ਹੈਗੇ ਆ। ਸੋ ਇਹ ਜਿਹੜੇ ਇਹ ਇਸ਼ੂਜ਼ ਆ ਇਹ 2024 ਦੇ ਵਿੱਚ ਟਰੱਕਿੰਗ ਦੇ ਮੇਨ ਜੋ ਆਏ ਹੈਗੇ। ਜੀ ਰਮਨ ਜੀ। ਬਿਲਕੁਲ ਜੀ, ਜਿਹੜਾ ਪਾਰਕਿੰਗ ਦਾ ਮੁੱਦਾ ਹੈਗਾ ਡੈਫੀਨੇਟਲੀ 100% ਇਹ ਬਹੁਤ ਹੀ ਜ਼ਿਆਦਾ ਸੈਂਸਿਟਿਵ ਮੁੱਦਾ ਹੈਗਾ ਔਰ ਬਹੁਤ ਜ਼ਿਆਦਾ ਔਖਾ ਹੈਗਾ ਪਾਰਕਿੰਗ ਦਾ, ਕਿਉਂਕਿ ਸਾਰਾ ਦਿਨ ਟਰੱਕ ਚਲਾ ਕੇ ਜੇ ਸ਼ਾਮ ਨੂੰ ਬੰਦੇ ਨੂੰ ਪ੍ਰੋਪਰ ਪਾਰਕਿੰਗ ਨਹੀਂ ਮਿਲਦੀ ਤਾਂ ਬਹੁਤ ਦੁਖੀ ਹੁੰਦਾ। ਪਰ ਇਹਦੇ ਵਿੱਚ ਸਾਰੇ ਟਰੱਕਰਸ ਨੂੰ ਇਹ ਬੇਨਤੀ ਆ ਕਿ ਤੁਸੀਂ ਆਪਣਾ ਟ੍ਰਿਪ ਜਿਹੜਾ ਆ ਉਹ ਪਲਾਨ ਕਰਕੇ ਚੱਲੋ। ਟ੍ਰਿਪ ਪਲਾਨ ਕਰਕੇ ਚੱਲਦੇ ਆ ਤੇ ਟ੍ਰਿਪ ਨੂੰ ਪ੍ਰੋਪਰ ਢੰਗ ਦੇ ਨਾਲ ਤੁਸੀਂ ਪ੍ਰੋਪਰ ਆਵਰਸ ਚਲਾਉਂਦੇ ਆ ਤੇ ਤੁਹਾਨੂੰ ਜਿਹੜੀ ਆ ਪਾਰਕਿੰਗ ਮਿਲਦੀ ਚਾਂਸਸ ਜਿਹੜੇ ਆ ਉਹ ਜ਼ਿਆਦਾ ਹੋ ਜਾਂਦੇ। ਜਦੋਂ ਅਸੀਂ ਐਗਜ਼ੌਸਟ ਹੋ ਜਾਂਦੇ ਆ, ਓਵਰ ਆਵਰਸ ਚਲਾਉਂਦੇ ਹੈਗੇ ਆ। ਇੱਕ ਮੈਂ ਕਿਸੇ ਥਾਂ ਰਾਜਕਰਨ ਇਹ ਪੜ੍ਹ ਰਿਹਾ ਸੀ ਇਹ ਗੱਲ ਕਿ ਇਹ ਟਰੱਕਿੰਗ ਕਿੱਤਾ ਇੱਕ ਐਸਾ ਹੈਗਾ ਜਿਹਦੇ ਵਿੱਚ ਕਿ ਅਸੀਂ 100 ਘੰਟੇ ਕੰਮ ਕਰਦੇ ਆ ਵੀਕ ਦੇ ਵਿੱਚ ਤੇ ਲੀਗਲੀ ਦਿਖਾਈ ਦੇ ਆ ਕਿ ਮੈਂ 70 ਕੀਤੇ ਆ ਤੇ ਪੇ 40 ਦੇ ਹੁੰਦੇ ਆ। ਠੀਕ ਹੈ ਨਾ। ਸੋ ਇਹ ਇੱਕ ਐਸਾ ਕਿੱਤਾ ਹੈਗਾ ਜਿਹਦੇ ਵਿੱਚ ਕਿ ਅਸੀਂ ਆਪਣੇ ਆਪ ਨੂੰ ਡਾਊਨਗ੍ਰੇਡ ਕਰੀ ਜਾ ਰਹੇ ਆ। 100 ਘੰਟੇ ਕੰਮ ਕਰਕੇ ਲੀਗਲ 70 ਦਿਖਾਉਣੇ ਆ ਤੇ ਉਸ ਤੋਂ ਬਾਅਦ 40 ਦੇ ਪੈਸੇ ਮਿਲਦੇ ਆ। ਸੋ ਜਿਹੜੀ ਇਹ ਚੀਜ਼ ਹੈਗੀ ਆ, ਇਹ ਚੀਜ਼ ਬਿਲਕੁਲ ਕਰੈਕਟ ਹੈਗੀ ਆ, ਰਾਈਟ ਹੈਗੀ ਆ। ਸੋ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਪਾਰਕਿੰਗ ਦਾ ਜਿਹੜਾ ਮੁੱਦਾ ਹੈਗਾ, ਕਿਉਂਕਿ ਖਾਸ ਕਰਕੇ ਜਿਹੜੇ ਸਾਡੇ ਵੈਸਟ ਕੋਸਟ ਦੇ ਡਰਾਈਵਰਸ ਹੈਗੇ ਆ, ਵੈਸਟ ਕੋਸਟ ਹੈਗਾ, ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਵੈਸਟ ਕੋਸਟ ਨੂੰ ਪਾਰਕਿੰਗ ਦੀ ਪ੍ਰੋਬਲਮ ਇਸ਼ੂ ਜ਼ਿਆਦਾ ਆਉਂਦਾ ਹੈ ਜੀ ਈਸਟ ਕੋਸਟ ਨਾਲੋਂ, ਕਿਉਂਕਿ ਈਸਟ ਕੋਸਟ 3 ਘੰਟੇ ਪਹਿਲਾਂ ਸ਼ੁਰੂ ਕਰਦਾ ਡਰਾਈਵਰ ਦੇ, ਆਪਣੇ ਡਰਾਈਵਰ ਨੂੰ 3 ਘੰਟੇ ਪਹਿਲਾਂ ਉਹ ਬੰਦ ਕਰ ਦਿੰਦਾ ਟਰੱਕ ਚਲਾਉਣਾ। ਸੋ ਇਸ ਕਰਕੇ ਪਾਰਕਿੰਗ ਜਿਹੜੀ ਆ ਵੈਸਟ ਕੋਸਟ ਦੇ ਡਰਾਈਵਰ ਨੂੰ ਆਲਵੇਜ਼ ਸ਼ਾਰਟੇਜ ਰਹਿੰਦੀ ਆ, ਆਲਵੇਜ਼ ਕੰਮ ਜਿਹੜਾ ਘੱਟ ਰਹਿੰਦਾ ਹੈਗਾ। ਪਰ ਹੁਣ ਕਈ ਵਾਰੀ ਦੇਖੀਦਾ ਵੀ ਆ ਕਿ ਖਾਸ ਕਰਕੇ ਸਾਡੇ ਕੈਲੀਫੋਰਨੀਆ ਦੇ ਵਿੱਚ ਜੇ ਦੇਖਿਆ ਜਾਵੇ ਹਾਈਵੇ 5 ਦੇ ਉੱਤੇ ਜਿੰਨੇ ਰੈਸਟ ਏਰੀਆ ਸਾਰੇ ਬੰਦ ਪਏ ਆ, ਮਲਟੀਪਲ ਰੈਸਟ ਏਰੀਆ ਜਿਹੜੇ ਬੰਦ ਪਏ ਆ। ਔਰ ਆਈ ਡੋਂਟ ਨੋ ਕਿ ਗਵਰਨਮੈਂਟ ਨੂੰ ਕੀ ਚਾਹੀਦਾ ਉਹਨਾਂ ਦੇ ਲਈ ਜਾਂ ਕੀ ਕਰਨਾ ਉਹਨਾਂ ਨੂੰ ਪੈਣਾ ਆ, ਤੇ ਜਿਹੜੀਆਂ ਚੀਜ਼ਾਂ ਦੇ ਵਿੱਚ ਤੁਸੀਂ ਇਹ ਨਹੀਂ ਕਰ ਰਹੇ ਹੈਗੇ। ਖਾਸ ਕਰਕੇ ਬਾਹਰਲੀਆਂ ਸਟੇਟਾਂ ਦੇ ਵਿੱਚ ਜੇ ਕਹਾਂ ਟੈਕਸਸ, ਫਲੋਰੀਡਾ, ਹੋਰ ਜਿਹੜੀਆਂ ਵੱਡੀਆਂ ਸਟੇਟਾਂ ਹੈਗੀਆਂ ਉਹਨਾਂ ਦੇ ਵਿੱਚ ਜਿਹੜੇ ਰੈਸਟ ਏਰੀਆਜ਼ ਹੈਗੇ ਆ ਬਹੁਤ ਐਲੀਗੈਂਟ, ਬਹੁਤ ਵੱਡੇ ਰੈਸਟ ਏਰੀਆਜ਼ ਆ। ਉਹਨਾਂ ਨੇ ਐਕਚੁਅਲੀ ਜਿਹੜੇ ਆਪਣੇ ਹਰੀਕੇਨ ਜਿਹੜੇ ਆ ਉਹ ਮਤਲਬ ਕਿ ਸ਼ੈਲਟਰ ਵੀ ਯੂਜ਼ ਕਰਦੇ ਉਹਨਾਂ ਨੂੰ ਟਰੱਕ ਸਟਾਪ ਨੂੰ, ਪਰ ਬਹੁਤ ਵਧੀਆ ਬਣੇ ਹੋਏ ਆ। ਪਰ ਆਪਣਾ ਟ੍ਰਿਪ ਪਲਾਨ ਕਰਕੇ ਚੱਲੋ, ਟ੍ਰਿਪ ਪਲਾਨ ਕਰਕੇ ਚੱਲੋ ਤਾਂ ਕਿ ਤੁਸੀਂ ਮੌਕੇ ਤੇ ਜਿਹੜਾ ਆ ਉਹ ਆਪਣੇ ਜਿੱਥੇ ਤੁਸੀਂ ਮਿਥਿਆ ਉੱਥੇ ਤੁਸੀਂ ਪਹੁੰਚ ਸਕੋ। ਤੇ ਰਾਜਕਰਨ ਅੱਜ ਦਾ ਇੱਕ ਹੋਰ ਜਿਹੜਾ ਮੈਂ ਮੁੱਦਾ ਜਿਹੜਾ ਹਾਈਲਾਈਟ ਕਰਨਾ ਚਾਹੁੰਦਾ ਉਹ ਹੈਗਾ ਕਿ ਜਿਹੜਾ ਅਗੇਨ ਫਰਾਡ ਜਿਹੜਾ ਚੱਲ ਰਿਹਾ ਹੈਗਾ ਜਾਂ ਬਲਾਈਂਡ ਸ਼ਿਪਮੈਂਟ ਚੱਲ ਰਹੀਆਂ ਹੈਗੀਆਂ ਜਾਂ ਤੁਹਾਡੇ ਨਾਂ ਦੇ ਲੋਡ ਬੁੱਕ ਹੋ ਰਹੇ ਹੈਗੇ ਆ, ਬਹੁਤ ਜ਼ਿਆਦਾ ਵੱਡਾ ਇਸ਼ੂ ਚੱਲ ਰਿਹਾ ਹੈਗਾ। ਔਰ ਕੱਲ ਵੀ ਕਾਲ ਆਈ ਸੀ ਬਈ ਸਾਡੇ ਕੋਲੋਂ ਟਰੱਕ ਦੀ ਕੈਬ ਕਾਰਡ ਮੰਗਿਆ ਜਾ ਰਿਹਾ ਆ। ਸੋ ਇਸੇ ਕਰਕੇ ਹੀ ਚੀਜ਼ਾਂ ਜਿਹੜੀਆਂ ਸਟ੍ਰਿਕਟ ਹੋ ਰਹੀਆਂ ਡੇ ਬਾਈ ਡੇ ਐਵਰੀ ਬ੍ਰੋਕਰ ਸਟ੍ਰਿਕਟ ਹੋ ਰਿਹਾ ਹੈਗਾ। ਹੋਰ ਕਾਲਸ ਜਿਹੜੀਆਂ ਆਉਂਦੀਆਂ ਹੈਗੀਆਂ ਉਹ ਹੈਗੀਆਂ ਕਿ ਅਸੀਂ ਫੈਕਟਰਿੰਗ ਕਰਵਾਉਂਦੇ ਹੈਗੇ ਆ। ਫੈਕਟਰਿੰਗ ਦੇ ਵਿੱਚ ਜਦੋਂ ਅਸੀਂ ਕ੍ਰੈਡਿਟ ਚੈੱਕ ਕੀਤਾ ਸੀਗਾ ਉਦੋਂ B ਸੀਗਾ, ਜਿੱਦਣ ਸਾਡੀ ਸ਼ਿਪਮੈਂਟ ਦੀ ਉਹਨਾਂ ਨੂੰ ਉਹ ਗਈ ਆ ਇਨਵੋਇਸ ਗਈ ਆ ਉਦੋਂ ਉਹਨਾਂ ਨੇ ਡਿਨਾਈ ਕਰਤਾ। ਸੋ ਇਹ ਬੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਤੁਹਾਨੂੰ ਬਿਜ਼ਨਸ ਦੇ ਵਿੱਚ ਧਿਆਨ ਰੱਖਣਾ ਚਾਹੀਦਾ ਕਿ ਕੀ ਚੱਲ ਰਿਹਾ ਹੈਗਾ। ਜਦੋਂ ਤੁਸੀਂ ਫੈਕਟਰਿੰਗ ਨੂੰ ਇਨਵੋਇਸ ਸਬਮਿਟ ਕਰ ਦਿੰਦੇ ਆ ਉਸ ਤੋਂ ਬਾਅਦ ਤੁਹਾਡਾ ਕੰਮ ਖਤਮ ਨਹੀਂ ਹੋ ਜਾਂਦਾ ਕਿ ਚਲੋ ਮੈਨੂੰ ਪੈਸੇ ਮਿਲ ਗਏ ਗੱਲ ਖਤਮ ਹੋ ਗਈ। ਉਹ ਤੁਸੀਂ ਉਸ ਬ੍ਰੋਕਰ ਨੂੰ ਫੋਲੋ ਕਰੋ, ਉਸ ਬ੍ਰੋਕਰ ਨੂੰ ਕਾਲ ਕਰੋ ਤਾਂ ਕਿ ਉਹ ਤੁਹਾਡੀ ਪੇਮੈਂਟ ਟਾਈਮ ਨਾਲ ਭੇਜ ਸਕੇ, ਤਾਂ ਕਿ ਤੁਹਾਨੂੰ ਪਤਾ ਲੱਗ ਸਕੇ। ਜੇ ਤੁਹਾਨੂੰ 30 ਡੇਜ਼ ਤੋਂ ਬਾਅਦ ਪੇਮੈਂਟ ਨਹੀਂ ਆ ਰਹੀ ਹੈਗੀ ਦੈਟ ਮੀਨ ਸਮਥਿੰਗ ਇਜ਼ ਸਮਵੇਅਰ ਰੌਂਗ। ਠੀਕ ਹੈ ਨਾ, ਉਹਦੇ ਉੱਤੇ ਚੜ੍ਹ ਕੇ ਰਹੋ ਉਸ ਇਨਵੋਇਸ ਤੇ ਤਾਂ ਕਿ ਤੁਸੀਂ ਟਾਈਮ ਸਿਰ ਪੈਸੇ ਲੈ ਸਕੋ।
ਬਹੁਤ ਜਿਹੜੀਆਂ ਸਿਚੁਏਸ਼ਨ ਆ ਟਰੱਕਿੰਗ ਦੇ ਵਿੱਚ ਇਸ ਕਰਕੇ ਬਣ ਰਹੀਆਂ ਕਿਉਂਕਿ ਅਣਗਹਿਲੀ ਬਹੁਤ ਜ਼ਿਆਦਾ ਕੀਤੀ ਜਾਂਦੀ ਆ। ਸੋ ਧਿਆਨ ਦੇ ਨਾਲ ਕੰਮ ਕਰੋ, ਸੋਚ ਕੇ ਕੰਮ ਕਰੋ ਤੇ ਫੋਕਸ ਰਹੋ। ਜੀ ਬਿਲਕੁਲ ਜੀ, ਸਕੈਮ ਜਿਹੜੇ ਉਹ ਬਹੁਤ ਜ਼ਿਆਦਾ ਨੇ ਤੇ ਫਰਾਡ ਬਹੁਤ ਜ਼ਿਆਦਾ ਨੇ ਤੇ ਕੰਮ ਵਧਿਆ ਬਹੁਤ ਪਿਆ ਆ ਤੇ ਜਿਹੜਾ ਬਚ ਕੇ ਫੂਕ ਕੇ ਕਦਮ ਜਿਹੜੀ ਉਹ ਰੱਖਣ ਵਾਲੀ ਗੱਲ ਹੈਗੀ ਆ। ਆਪਣੇ ਨਾਲ ਇਸ ਟਾਈਮ ਜੁੜੇ ਹੋਏ ਨੇ ਅਮਰਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਤਿੰਨਾਂ ਭਰਾਵਾਂ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦਿਲ ਬਹੁਤ ਦੁਖੀ ਹੁੰਦਾ ਜਿਹੜੀਆਂ ਤੁਸੀਂ ਖਬਰਾਂ ਸ਼ੇਅਰ ਕੀਤੀਆਂ ਬਿਗਨਰ ਸ਼ੋਅ ਨਾਲ, ਬਹੁਤ ਮਾੜੀ ਖਬਰ ਆ। ਮੈਂ ਭਾਜੀ ਇੱਕ ਡਿਫਰੈਂਟ ਟਾਪਿਕ ਤੇ ਗੱਲ ਕਰਨੀ ਆ ਨਾ। ਆਪਣੇ ਕੋਲ ਜਦੋਂ ਨਾ ਕਮਰਸ਼ਲ ਕਲਾਸ ਦੇ ਲਾਇਸੈਂਸ ਹੁੰਦਾ, ਆਪਾਂ ਸੋਚਦੇ ਹਾਂ ਵੀ ਆਪਾਂ ਆਪਣਾ ਇਕੱਲਾ ਆਪਸ਼ਨ ਹੈ ਆਪਾਂ ਟਰੱਕ ਚਲਾਉਣਾ ਨਾ, ਪਰ ਨਾ ਆਪਾਂ ਨੂੰ ਸੋਚਣਾ ਚਾਹੀਦਾ ਵੀ ਆਪਣੇ ਹੋਰ ਵੀ ਆਪਸ਼ਨ ਹੈਗੇ ਆ। ਜਦੋਂ ਆਪਣੇ ਕੋਲ ਕਮਰਸ਼ਲ ਲਾਇਸੈਂਸ ਕਲਾਸ ਇਹ ਹੈਗਾ, ਆਪਾਂ ਨਾ ਪੈਸੇਂਜਰ ਇੰਡੋਰਸਮੈਂਟ ਵੀ ਐਡ ਕਰ ਸਕਦੇ ਹਾਂ, ਬੱਸ ਇੰਡੋਰਸਮੈਂਟ ਵੀ ਉੱਥੇ ਐਡ ਕਰ ਸਕਦੇ ਹਾਂ ਹੈ ਨਾ। ਪੈਸੇਂਜਰ ਜਾਂ ਬੱਸ ਇੰਡੋਰਸਮੈਂਟ ਇਹ ਹੁੰਦਾ ਵੀ ਜਦੋਂ ਆਪਾਂ 10 ਤੋਂ ਜ਼ਿਆਦਾ ਹੈ ਨਾ ਪੈਸੇਂਜਰ ਟਰਾਂਸਪੋਰਟ ਕਰਦੇ ਆਪਾਂ ਨੂੰ ਇੰਡੋਰਸਮੈਂਟ ਐਡ ਕਰਨਾ ਪੈਂਦਾ। ਸੋ ਨਾ ਉਹ ਵੀ ਆਪਸ਼ਨ ਹੈਗੇ ਆ ਜਦੋਂ ਆਪਾਂ ਕਮਰਸ਼ਲ ਲਾਇਸੈਂਸ ਐਡ ਕਰਕੇ ਵੀ ਆਪਾਂ ਸੋਚਦੇ ਇਕੱਲਾ ਟਰੱਕ ਹੀ ਚਲਾਉਣਾ, ਪਰ ਕਮਰਸ਼ਲ ਲਾਇਸੈਂਸ ਨਾਲ ਹੋਰ ਵੀ ਆਪਾਂ ਬਹੁਤ ਫਾਇਦੇ ਲੈ ਸਕਦੇ ਹਾਂ ਇੰਡੋਰਸਮੈਂਟ ਐਡ ਕਰਕੇ। ਉਹ ਜਿਹੜੇ ਇੰਡੋਰਸਮੈਂਟ ਆ ਨਾ ਆਪਾਂ ਐਡ ਤਾਂ ਕਰੀਦੇ DMV 'ਚ, ਪਰ ਜਿਹੜਾ ਲਾਇਸੈਂਸ ਡਰਾਈਵਿੰਗ ਟੈਸਟ ਦੇਣਾ ਹੁੰਦਾ ਉਹ ਆਪਾਂ ਦੇਣਾ ਪੈਂਦਾ CHP ਡਿਪਾਰਟਮੈਂਟ 'ਤੇ। ਉੱਥੇ ਆਪਾਂ ਨੂੰ ਦਿਖਾਉਣਾ ਪੈਂਦਾ ਵੀ ਜਿੱਦਾਂ ਸੇਫਟੀ ਐਂਡ ਇਵੈਕੂਏਸ਼ਨ ਪਲਾਨ ਕਰਕੇ ਜਿਹੜਾ ਬੱਸ ਡਰਾਈਵਰ ਹੈਗਾ ਉਹ ਜਿੱਦਾਂ ਉਹ ਰਿਸਪਾਂਸਿਬਲ ਆ ਸੇਫਟੀ ਨਾਲ ਸਾਰੇ ਪੈਸੇਂਜਰ ਲਈ। ਸੋ ਆਪਾਂ ਨੂੰ ਇਹ ਵੀ ਆਪਸ਼ਨ ਸੋਚਣਾ ਚਾਹੀਦਾ ਕਰਕੇ। ਮੈਂ ਦੇਖਿਆ ਜਿੱਦਾਂ ਬਹੁਤ ਜੌਬ ਓਪਨਿੰਗ ਹੁੰਦੀਆਂ ਬੱਸ ਡਰਾਈਵਰ ਲਈ, ਜਾਂ ਆਪਾਂ ਦੇਖ ਲੈਂਦੇ ਜਿਹੜੇ ਪਾਰਟੀ ਕੋਚ ਹੁੰਦੇ ਆ ਜਿੱਦਾਂ ਨਿੱਕੀਆਂ ਬੱਸਾਂ ਹੁੰਦੀਆਂ ਜਾਂ ਪੈਸੇਂਜਰ ਟਰਾਂਸਪੋਰਟ ਕਰਨ ਨੂੰ ਹੈ ਨਾ। ਸਕੂਲ ਡਿਸਟ੍ਰਿਕਟ 'ਚ ਬਹੁਤ ਓਪਨਿੰਗ ਹੁੰਦੀ ਹੈ ਬੱਸ ਡਰਾਈਵਰਸ ਲਈ ਹੈ ਨਾ, ਵਧੀਆ ਜੌਬ ਆ ਜਿੱਦਾਂ ਉਹ ਵੀ ਵਧੀਆ ਜੌਬ ਆ। ਜਿੱਦਾਂ ਹੁਣ ਟਰੱਕਿੰਗ ਇੰਡਸਟਰੀ ਥੋੜ੍ਹੀ ਜਿਹੀ ਡਾਊਨ ਆ, ਸੋ ਆਪਾਂ ਨੂੰ ਹੋਰ ਆਪਸ਼ਨ ਵੀ ਦੇਖਣੇ ਚਾਹੀਦੇ ਆ ਜਿੱਦਾਂ ਵੀ ਇੰਡੋਰਸਮੈਂਟ ਐਡ ਕਰਕੇ ਵੀ ਆਪਾਂ ਹੋਰ ਕੰਮ ਵੀ ਕਰ ਸਕਦੇ ਹਾਂ ਜੇ ਆਪਾਂ ਕੋਲ ਕਮਰਸ਼ਲ ਲਾਇਸੈਂਸ ਹੈਗਾ ਜੀ। ਸੋ ਬਿਲਕੁਲ ਅਮਰ ਜੀ, ਭਾਜੀ ਮਿਲਟਰੀ ਦੇ ਵਿੱਚ ਬਹੁਤ ਜ਼ਿਆਦਾ ਅਸੀਂ ਕਈ ਆਪਣੇ ਮਿਲਟਰੀ ਵਾਲੇ ਜਿਹੜੇ ਨੌਜਵਾਨ ਆ ਉਹਨਾਂ ਦੀਆਂ ਇੰਟਰਵਿਊ ਕੀਤੀਆਂ, ਜਿਹੜੇ ਸਰਦਾਰ ਪੂਰੇ ਦਸਤਾਰਧਾਰੀ, ਉਹ ਨਾਲੇ ਤਾਂ ਮਿਲਟਰੀ 'ਚ ਪੜ੍ਹਨ ਨੂੰ ਮੌਕਾ ਮਿਲਦਾ ਆ ਤਾਂ ਉਹਨੇ 5 ਸਾਲਾਂ ਬਾਅਦ ਰਿਟਾਇਰਮੈਂਟ ਲੈ ਕੇ ਪੁਲਿਸ ਦੀ ਜੌਬ, ਕਿੰਨੀਆਂ ਜੌਬਸ। ਸੋ ਜੇ ਕੋਈ ਵਰਕ ਪਰਮਿਟ ਤੇ ਆ ਉਹ ਸਿਟੀਜ਼ਨ ਬਣਨ ਦੇ ਵੀ ਬੜੇ ਉਹਦੇ ਚਾਂਸ ਹੈਗੇ ਆ। ਸੋ ਇਹ ਬਹੁਤ ਜ਼ਿਆਦਾ ਇਕੱਲਾ ਆਪਾਂ ਇਹੀ ਨਾ ਸੋਚੀਏ ਵੀ ਹਾਂ ਅਸੀਂ ਆਪਣਾ ਹੀ ਟਰੱਕ ਚਲਾਉਣਾ ਆ। ਬਹੁਤ ਜਿਸ ਤਰ੍ਹਾਂ ਤੁਸੀਂ ਦੱਸਿਆ ਆ ਬਹੁਤ ਜ਼ਿਆਦਾ ਆਪਸ਼ਨਸ ਹੈਗੀਆਂ ਜੀ। ਹਰਜੋਤ ਭਾਜੀ ਇਹਦੇ ਵਿੱਚ ਏਦਾਂ ਵੀ ਆ ਕਿ ਇਸ ਚੀਜ਼ ਬਾਰੇ ਵੀ ਗੱਲ ਕਰਨੀ ਸੀਗੀ ਕਿ ਅਸੀਂ ਸਿਰਫ ਤੇ ਸਿਰਫ ਟਰੱਕਿੰਗ ਬਾਰੇ ਕਿਉਂ ਸੋਚਦੇ ਹਾਂ, ਕਿਉਂ ਨਹੀਂ ਟੈਕਨੀਕਲ ਸਕੂਲ ਇੱਥੇ ਅਵੇਲੇਬਲ ਹੈਗੇ ਆ। ਇੰਨੀਆਂ ਟੈਕਨੀਕਲ ਕਿੱਤੇ ਹੈਗੇ ਆ, ਇਲੈਕਟ੍ਰੀਸ਼ੀਅਨ ਕਹਿ ਲਓ, ਏਅਰ ਕੰਡੀਸ਼ਨਿੰਗ ਕਹਿ ਲਓ, ਹੋਰ ਇੰਨੇ ਕਿੱਤੇ ਹੈਗੇ ਜਿਹਦੇ ਵਿੱਚ ਕਿ ਇੰਨੀ ਜ਼ਿਆਦਾ ਆਪਸ਼ਨਸ ਅਵੇਲੇਬਲ ਹੈਗੀਆਂ। ਪਤਾ ਨਹੀਂ ਕਿਉਂ ਸਿਰਫ ਤੇ ਸਿਰਫ ਟਰੱਕਿੰਗ ਵੱਲ ਨੂੰ ਦੌੜ ਲਈਦਾ ਆ। ਹਾਂ ਠੀਕ ਆ, ਚਲੋ ਚੰਗਾ ਲੱਗਦਾ ਆ ਕਿ ਚਲੋ ਬੰਦੇ ਸਾਡੇ ਕਿੱਤੇ ਦੇ ਵਿੱਚ ਆ ਰਹੇ ਆ, ਪਰ ਇਹਦਾ ਮਤਲਬ ਇਹ ਨਹੀਂਗਾ ਕਿ ਜੇ ਇਸ ਕਿੱਤੇ ਦੇ ਵਿੱਚ ਇੰਨੀ ਜ਼ਿਆਦਾ ਇਸ ਵੇਲੇ ਭੱਜ ਦੌੜ ਆ ਤੇ ਹੋਰ ਸਕੂਲ ਅਟੈਂਡ ਕਰ ਸਕਦੇ, ਸਕੂਲ ਲੈ ਸਕਦੇ, ਕੁਝ ਵੀ ਕਰ ਸਕਦੇ ਅਸੀਂ। ਜੀ ਬਿਲਕੁਲ, ਥੈਂਕ ਯੂ ਅਮਰਜੀਤ ਜੀ। ਥੋੜੀ ਜਿਹੀ ਜਿੱਦਾਂ ਸਾਨੂੰ ਮਿਹਨਤ ਥੋੜੀ ਜ਼ਿਆਦਾ ਕਰਨੀ ਪੈਂਦੀ ਹੈ ਐਡ ਕਰਨ ਇੰਡੋਰਸਮੈਂਟ, ਪਰ ਇਹ ਜਿੱਦਾਂ ਜੌਬ ਰਿਵਾਰਡਿੰਗ ਆ। ਮੈਂ ਸਮਝਦਾ ਜਿੱਦਾਂ ਬੱਸ ਡਰਾਈਵਿੰਗ ਵੀ ਸਕੂਲ ਤੁਸੀਂ ਕਰੋ, ਸਾਨੂੰ 2-3 ਘੰਟੇ ਸਵੇਰੇ ਕੰਮ ਕਰਨਾ ਪੈਂਦਾ। ਜਿੱਦਾਂ ਸਟੂਡੈਂਟ ਪਿਕਅਪ ਡਰਾਪ ਆਫ ਸਾਰਾ ਦਿਨ ਉਹ ਜਿੱਦਾਂ ਯਾਰਡ ਵਿੱਚ ਰਹਿੰਦੇ, ਉਹਨਾਂ ਨੇ ਬੱਸ ਜਾਂ ਸਾਫ਼ ਕਰ ਲੈਣੀ ਜਾਂ ਉਹਨਾਂ ਨੂੰ ਇੰਸਪੈਕਟ ਕਰ ਲੈਣਾ, ਫਿਰ ਆਫਟਰਨੂਨ ਫੇਰ ਜਾਣਾ। ਨਾਲੇ ਜਦੋਂ ਨਾ ਆਫਟਰ ਸਕੂਲ ਜਿੱਦਾਂ ਹੁੰਦੇ ਆ ਜਿੱਦਾਂ ਕਹਿ ਲਓ ਗੇਮਾਂ ਜਾਂ ਕੁਝ, ਉਹ ਨਾ ਓਵਰ ਟਾਈਮ ਮਿਲਦਾ। ਜੇ ਸਮਰ ਸਕੂਲ 'ਚ ਕੰਮ ਕਰਦੇ ਆ ਸਕੂਲ ਡਿਸਟ੍ਰਿਕਟ ਦੀ ਬੱਸ ਡਰਾਈਵ ਕਰਨ ਨੂੰ, ਉਹਨਾਂ ਨੂੰ ਓਵਰ ਟਾਈਮ ਮਿਲਦਾ ਹਰੇਕ ਘੰਟਾ ਜਿਹੜਾ ਕੰਮ ਕਰਨਾ ਉਹਨਾਂ ਨੇ। ਸੋ ਆਈ ਥਿੰਕ ਆਪਾਂ ਨੂੰ ਹੋਰ ਆਪਸ਼ਨ ਵੀ ਦੇਖਣੇ ਚਾਹੀਦੇ ਆ, ਇਕੱਲਾ ਇਹ ਨਹੀਂ ਵੀ ਆਪਾਂ ਕਮਰਸ਼ਲ ਲਾਇਸੈਂਸ ਹੈਗਾ ਵੀ ਟਰੱਕ ਹੀ ਚਲਾਈਏ। ਧੰਨਵਾਦ। ਥੈਂਕ ਯੂ ਅਮਰਜੀਤ ਜੀ, ਥੈਂਕ ਯੂ ਜੀ, ਧੰਨਵਾਦ। ਸੁਖਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਜੀ, ਠੀਕ ਹੋ ਜੀ? ਜੀ ਮੇਰਾ ਕੁਐਸਚਨ ਹੈ ਭਾਜੀ, ਮੈਂ ਨਾ ਜੀ ਕਿਸੇ ਕੰਪਨੀ 'ਚ ਕੰਮ ਕਰਦਾ ਵਾਂ, ਡਰਾਈਵਰ ਆ, ਤੇ ਉਹਨਾਂ ਨਾਲ ਜੀ ਕਿਧਰੋਂ ਉਹਨਾਂ ਦਾ ਇੱਕ ਪਾਇਲਟ ਰਿਜੈਕਟ ਹੋ ਗਿਆ ਸੀ ਕਰੂਗਰ 'ਚ ਉਹਨਾਂ ਦੀ, ਤੇ ਮੈਨੂੰ ਉਹ ਇਹਨਾਂ ਨੇ ਲੋਡ ਟਰਾਲੀ ਦੇ ਦਿੱਤਾ ਸੀ ਯਾਰਡ ਦੇ ਵਿੱਚ ਹੀ। ਉਹ ਜਿਹੜਾ ਪਾਇਲਟ ਰਿਜੈਕਟ ਟ੍ਰੇਲਰ ਸੀ ਨਾ, ਪਾਇਲਟ ਸੀ, ਉਹ ਜਿਹੜਾ ਮਾਲ ਸੀ ਸਾਰਾ ਉਹ ਬੁਕਸਾ ਪੂਰਾ ਹੀ ਨਾ ਅੱਗੇ ਟਰੱਕ 'ਚ ਕੈਬ 'ਚ ਰੱਖਤਾ ਉਹਨਾਂ ਨੇ। ਹੁਣ ਮੈਨੂੰ ਕਹਿੰਦੇ ਨੇ ਕਿ ਇਹ ਤੂੰ ਲੋਡ ਤਾਰ ਕੇ ਬਾਅਦ ਤੂੰ ਇਹ ਜਿਹੜਾ ਸਾਰਾ ਪੈਲਟ ਜਿੰਨੇ ਵੀ ਬੁੱਕਸ ਪਏ ਨੇ ਇਹ ਪਿੱਛੇ ਟਰਾਲੇ 'ਚ ਰੱਖਣੇ ਨੇ, ਟਰਾਲੇ 'ਚ ਰੱਖ ਕੇ ਫਿਰ ਤੁਸੀਂ ਫਿਨਿਕਸ ਡਰੋਪ ਕਰਨੇ ਨੇ। ਜੀ ਰਮਨ ਜੀ। ਪਰ ਉਹ ਤੁਸੀਂ ਕੈਬ 'ਚ ਕਿਉਂ ਰਖਵਾਇਆ ਉਹਨੂੰ?
ਭਾਜੀ ਮੇਰੇ ਤੋਂ ਪਹਿਲੇ ਮੇਰਾ ਟਰੱਕ ਦੂਜਾ ਸੀ, ਇਹਨਾਂ ਨੇ ਮੈਨੂੰ ਟਰੱਕ ਦੂਜਾ ਦਿੱਤਾ, ਕਿਉਂਕਿ ਮੈਨੂੰ ਪਹਿਲਾਂ ਕਹਿੰਦੇ ਸੀ ਯਾਰ ਦੇ ਵਿੱਚ ਤੂੰ ਆਪਣੇ ਟਰਾਲੇ 'ਚ ਰੱਖ ਲੈ, ਕਿਉਂਕਿ ਤਕਰੀਬਨ ਹੋਣੇ 200 ਹੋਣੇ ਨੇ। ਤੇ ਮੈਨੂੰ ਕਹਿੰਦੇ ਸਵੇਰੇ ਮੈਂ ਕਹਿੰਦਾ ਤੂੰ ਆਪਣੇ ਇਹਨੂੰ ਮੂਵ ਕਰ ਲਾ ਆਪਣੇ ਟਰੱਕ 'ਤੇ, ਮੈਨੂੰ ਇਕੱਲੇ ਨੇ ਕਹਿੰਦੇ ਵੀ ਸੀ। ਤੇ ਮੈਂ ਕਿਹਾ ਮੈਂ ਤਾਂ ਇਕੱਲਾ ਕਰ ਨਹੀਂ ਸਕਦਾ। ਫਿਰ ਮੈਨੂੰ ਕਿਹਾ ਮੈਂ ਇਹਦਾ ਹੀ ਟਰੱਕ ਲੈ ਜਾਣਾ। ਤੇ ਫਿਰ ਕਹਿੰਦਾ ਤੂੰ ਇਹ ਟਰੱਕ ਲੈ ਜਾ, ਤੂੰ ਐਵੇਂ ਕਰ, ਫਿਰ ਉਹ ਡਰੋਪ ਕਰੀ ਉੱਥੇ ਨਗਾਲਾ ਲੋਡ, ਤੇ ਫਿਰ ਇਹ ਪਿੱਛੇ ਮੂਵ ਕਰੀ, ਤੇ ਫਿਰ ਤੂੰ ਫਿਨਿਕਸ ਡਰੋਪ ਕਰਦੀ ਕਰੋਗਰ 'ਚ। ਵੈਲ ਆਈ ਡੋਂਟ ਨੋ ਭਾਜੀ ਕਿ ਮੈਂ ਤੁਹਾਨੂੰ ਕੀ ਸਲਾਹ ਦੇ ਸਕਦਾ ਇਹਦੇ 'ਚ, ਕਿ ਕੈਬ ਦੇ ਵਿੱਚ ਤੁਸੀਂ ਆਪਣਾ ਪ੍ਰੋਡਕਟ ਕੈਰੀ ਨਹੀਂ ਕਰ ਸਕਦੇ। ਕੈਬ ਦੇ ਵਿੱਚ ਡੇਂਜਰਸ ਹੈਗਾ ਪ੍ਰੋਡਕਟ ਕੈਰੀ ਕਰਨਾ। ਸੋ ਆਈ ਡੋਂਟ ਨੋ ਵੀ ਕਿਉਂ ਕੰਪਨੀ ਨੇ ਇੱਦਾਂ ਕੀਤਾ ਹੈਗਾ, ਬੇਵਕੂਫੀ ਹੈਗੀ ਆ ਜੇ ਉਹਨਾਂ ਨੇ ਇੱਦਾਂ ਕੀਤਾ ਹੈਗਾ। ਪਰ ਆਈ ਡੋਂਟ ਨੋ ਮੈਂ ਤੁਹਾਨੂੰ ਕੀ ਸਲਾਹ ਦੇ ਸਕਦਾ ਇਹਦੇ ਵਿੱਚ। ਜੋ ਮੈਂ ਇਹੀ ਪੁੱਛਣਾ ਸੀ, ਮੇਰੀ ਇਹ ਜੋਬ ਹੈਗੀ ਕਿ ਪੈਲਟ ਪਹਿਲਾਂ ਇੱਥੋਂ ਚੱਕ ਕੇ ਪਿੱਛੇ ਰੱਖਾਂਗੇ? ਮੇਰੀ ਜੋਬ ਤੇ ਸਿਰਫ ਡਰਾਈਵਰਿੰਗ ਦੀ, ਲੇਬਰ ਦੀ ਤਾਂ ਨਹੀਂ ਹੈਗੀ ਨਾ, ਇਹਨਾਂ ਦੇ ਪੈਲਟ ਅੱਗੇ ਨਹੀਂ ਪਿੱਛੇ ਭਾਜੀ ਇਹ ਨਹੀਂ ਗੱਲ ਹੈਗੀ। ਦੇਖੋ ਡਰਾਈਵਰ ਦੀ ਜੌਬ ਜਿਹੜੀ ਹੈ ਨਾ, ਉਹ ਇਕੱਲਾ ਟਰੱਕ ਸਿੱਧਾ ਚਲਾਉਣਾ ਨਹੀਂ ਹੈਗਾ। ਡਰਾਈਵਰ ਦੀ ਜੌਬ ਦੇ ਵਿੱਚ ਬਹੁਤ ਕੁਝ ਆਉਂਦਾ ਹੈਗਾ। ਪਰ ਜੇ ਤੁਹਾਡਾ ਪੈਲਟ ਪਿੱਛੇ ਪਿਆ ਹੈਗਾ, ਪੈਲਟ ਤੁਹਾਡਾ ਗਿਰ ਗਿਆ ਹੈਗਾ, ਉਹਨੂੰ ਰੀਸਟੈਕ ਕਰਨਾ ਪਿੱਛੇ ਜਾਂ ਕੁਛ ਕਰਨਾ, ਉਹ ਠੀਕ ਆ, ਅਸੀਂ ਵੀ ਕਰਦੇ ਰਹੇ ਔਰ ਕਰਨਾ ਪੈਂਦਾ ਆ। ਦੈਟਸ ਨਾਟ ਅ ਪੁਆਇੰਟ। ਹਾਂਜੀ ਹਾਂਜੀ, ਉਹ ਤੇ ਟਰੱਕ 'ਚ ਟਰਾਲੇ 'ਚ ਤੇ ਠੀਕ ਹੈ ਭਾਜੀ। ਹੁਣ ਆਲਰੇਡੀ ਇਹਦੇ ਕੈਬ ਦੇ ਵਿੱਚ ਤਾਂ ਜਿੱਦਾਂ ਭਾਜੀ ਮੈਂ ਉਹੀ ਤੇ ਗੱਲ ਕਹਿ ਰਿਹਾ ਨਾ ਕਿ ਇਹਦੇ ਵਿੱਚ ਵਾਟ ਯੂ ਵਾਂਟ ਮੀ ਟੂ ਸੇ, ਹਨਾ ਵੀ ਮੈਨੂੰ ਤੁਸੀਂ ਕੀ ਕਹਿ ਰਹੇ ਹੈਗੇ ਕਰਨ ਨੂੰ। ਵੀ ਮੈਂ ਮੰਨ ਗਿਆ ਤੁਹਾਨੂੰ, ਮੈਂ ਪਹਿਲਾਂ ਕਹਿ ਰਿਹਾ ਕਿ ਕੈਬ ਦੇ ਵਿੱਚ ਪਹਿਲਾਂ ਸਮਾਨ ਰੱਖਣਾ ਹੀ ਨਹੀਂ ਚਾਹੀਦਾ। ਕੈਬ ਦੇ ਵਿੱਚ ਕਿਉਂ ਰੱਖਿਆ ਹੈਗਾ, ਦੈਟਸ ਅ ਸਟੂਪਿਡਿਟੀ, ਬਹੁਤ ਬੇਵਕੂਫੀ ਹੈਗੀ ਆ। ਤੇ ਜੇ ਹੁਣ ਰੱਖਿਆ ਹੈਗਾ ਔਰ ਜੇ ਤੁਹਾਨੂੰ ਲੱਗਦਾ ਸੀਗਾ ਕਿ ਤੁਸੀਂ ਨਹੀਂ ਕਰਨਾ ਹੈਗਾ, ਤੁਸੀਂ ਉਹ ਟਰੱਕ ਨਹੀਂ ਸੀ ਲੈ ਕੇ ਮੈਨੂੰ ਲੱਗਦਾ ਰਮਨ ਜੀ ਚਾਹੀਦਾ ਤਾਂ ਇਹੀ ਸੀਗਾ, ਉਸੇ ਟਾਈਮ ਹੀ ਕਹਿੰਦੇ ਵੀ ਆਹ ਚੀਜ਼ ਟੋਟਲੀ ਠੀਕ ਨਹੀਂ ਆ, ਇਹਦਾ ਆਪ ਹੀ ਤੁਸੀਂ ਰੱਖੋ, ਜੇ ਪਿੱਛੇ ਰੱਖਣਾ ਵੀ ਹਾਂਜੀ, ਕੰਮ ਹੀ ਨਹੀਂ ਨਾ ਹੈ ਲੈ ਕੇ ਜਾਓ ਟਰੱਕ। ਹਾਂਜੀ ਵੀ ਨਾ ਕਰ ਦੋ, ਫਿਰ ਉੱਥੇ ਇਹੀ ਕਰਨਾ ਪੈਣਾ। ਨੋ ਯੋਰ ਰਾਈਟਸ ਜੀ, ਇਹ ਉਹ ਗੱਲ ਹੋ ਜਾਂਦੀ ਹੈ ਕਿਹੜੇ ਤੁਹਾਡੇ ਕਿਹੜਾ ਕੰਮ ਤੁਹਾਡਾ ਕਰਨ ਵਾਲਾ, ਕਿਹੜਾ ਨਹੀਂ ਹੈ। ਜਿਹੜੀ ਚੀਜ਼ ਉਹ ਗਲਤ ਆ, ਉਹ ਗਲਤ ਕੰਮ ਨੂੰ ਇੱਕ ਹਿਸਾਬ ਦੇ ਨਾਲ ਹੋਰ ਨਾ ਵਧਾਵਾ ਜਿਹੜਾ ਉਸ ਚੀਜ਼ ਦੇ ਵਿੱਚ ਦਓ। ਬਾਕੀ ਕੀ ਹੋਇਆ ਕੀ ਨਹੀਂ ਹੋਇਆ, ਹੋਰ ਕਿੱਦਾਂ ਕਿਵੇਂ ਸੀ, ਇਹ ਤਾਂ ਜਿਹੜਾ ਬਾਅਦ 'ਚ ਜਿਹੜਾ ਜਿੱਦਾਂ ਹੁਣ ਤੁਸੀਂ ਜਿਹੜਾ ਇਹ ਦੱਸਿਆ ਹੈਗਾ। ਚਲੋ ਥੈਂਕ ਯੂ ਭਾਜੀ, ਫਿਰ ਵੀ ਕਾਲ ਦੇ ਲਈ ਮਿਹਰਬਾਨੀ ਜੀ। ਠੀਕ ਹੈ ਭਾਜੀ, ਥੈਂਕ ਯੂ ਜੀ। ਜੋਗਿੰਦਰ ਜੀ, ਹਾਂਜੀ ਜੋਗਿੰਦਰ ਜੀ, 559 ਏਰੀਆ ਕੋਡ ਤੋਂ ਆ ਜੀ ਤੁਸੀਂ? ਮੈਨੂੰ ਲੱਗਦਾ ਜੀ ਭੁੱਲ ਗਏ ਜੀ ਕਾਲ ਕਰਕੇ। ਚਲੋ ਕੋਈ ਗੱਲ ਨਹੀਂ ਜੀ। ਹਰਜੋਤ ਜੀ, ਰਮਨ ਜੀ ਜੀ ਬਿਲਕੁਲ। ਇੱਕ ਗੱਲ ਮੈਂ ਤੁਹਾਨੂੰ ਹੋਰ ਰਾਜਕਿਰਨ ਇੱਥੇ ਆਪਣੇ ਰੇਡੀਓ ਦੇ ਮਾਧਿਅਮ ਨਾਲ ਕਹਿਣੀ ਚਾਹੁੰਦਾ ਹਾਂ ਕਿ ਕਈ ਵਾਰੀ ਮੈਨੂੰ ਕਾਲਸ ਐਸੀਆਂ ਆਉਂਦੀਆਂ ਜਿਹਦੇ ਵਿੱਚ ਕਿ ਕਾਲ ਕਰਨ ਵਾਲੇ ਨੂੰ ਇਹ ਪਤਾ ਹੁੰਦਾ ਕਿ ਜੋ ਕੰਮ ਕਰ ਰਿਹਾ ਮੈਂ ਗਲਤ ਕਰ ਰਿਹਾ ਹੈਗਾ, ਇਟਸ ਰੋਂਗ, ਹੈ ਨਾ। ਮੇਰੇ ਕੋਲੋਂ ਸਟੈਂਪ ਲਵਾਉਣ ਦੀ ਲੋੜ ਨਹੀਂ ਹੈਗੀ ਕਿ ਉਹ ਗਲਤ ਹੈਗਾ ਕਿ ਸਹੀ ਹੈਗਾ। ਜੇ ਤੁਸੀਂ ਆਪ ਖੁਦ ਤੁਹਾਨੂੰ ਪਤਾ ਹੈਗਾ ਕਿ ਗਲਤ ਕੰਮ ਹੈਗਾ ਤੇ ਉਹ ਗਲਤੀ ਹੈਗਾ ਆ, ਉਹਦੇ ਵਿੱਚ ਮੇਰਾ ਕੋਈ ਇਹ ਨਹੀਂ ਹੈਗਾ ਕਿ ਮੇਰੇ ਕਹਿਣ ਦੇ ਨਾਲ ਉਹ ਜ਼ਿਆਦਾ ਗਲਤ ਹੋ ਜਾਣਾ ਜਾਂ ਘੱਟ ਗਲਤ ਹੋ ਜਾਣਾ। ਪਲੀਜ਼ ਜਿਹੜਾ ਕੰਮ ਹੈਗਾ ਉਹਨੂੰ ਧਿਆਨ ਦੇ ਨਾਲ ਕਰੋ, ਔਰ ਜਿਹੜੀ ਚੀਜ਼ ਤੁਹਾਨੂੰ ਲੱਗਦੀ ਆ ਨਾ ਕਿ ਤੁਹਾਨੂੰ ਫੀਲ ਹੋ ਰਹੀ ਆ ਕਿ ਗਲਤ ਆ, ਤੇ ਉਹਨੂੰ ਨਾ ਕਰੋ, ਉਹਨੂੰ ਉੱਥੇ ਹੀ ਮਨਾ ਕਰ ਦਿਓ ਕਰਨ ਤੋਂ। ਔਰ ਜਿਸ ਤਰ੍ਹਾਂ ਕਿ ਹੁਣ ਇੱਥੇ ਭਾਈ ਸਾਹਿਬ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਕਿ ਮੇਰਾ ਕੰਮ ਲੇਬਰ ਦਾ ਨਹੀਂ ਹੈਗਾ, ਤੁਹਾਡਾ ਕੰਮ ਟਰੱਕਿੰਗ ਦਾ ਹੈਗਾ। ਟਰੱਕਿੰਗ ਦੇ ਵਿੱਚ ਸਾਰਾ ਕੁਝ ਹੀ ਆਉਂਦਾ ਆ, ਟਰੱਕਿੰਗ ਦੇ ਵਿੱਚ ਡਰਾਈਵਰ ਦੇ ਵਿੱਚ ਸਾਰਾ ਕੁਝ ਹੀ ਆਉਂਦਾ ਆ। ਟਰੱਕ ਡਰਾਈਵਰ ਟਾਇਰ ਵੀ ਚੱਕ ਕੇ ਵਿੱਚ ਰੱਖਣੇ ਪੈਂਦੇ ਆ, ਕਈ ਵਾਰੀ ਟਾਇਰ ਲਾਉਣੇ ਵੀ ਪੈਂਦੇ ਆ, ਕਈ ਵਾਰੀ ਆਹ ਕਰ ਉਹ ਕਰ ਇਹ ਕਰ। ਤੁਸੀਂ ਸਿਰਫ ਇਹ ਚਲਾਉਂਦੇ ਆ, ਰੀਫਰ ਟਰੱਕ ਚਲਾਉਂਦੇ ਆ, ਜਿਹੜੇ ਫਲੈਟ ਬੈਡ ਚਲਾਉਂਦੇ ਆ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਕਿੰਨਾ ਕੰਮ ਹੈ। ਟਾਰਪ ਪਾਉਣੀਆਂ, ਰੱਸੀਆਂ ਕੱਸਣੀਆਂ, ਸਾਰਾ ਕੁਝ ਕੱਸਣਾ, ਲੋਡ ਠੀਕ ਰੱਖਣਾ, ਰਾਹ ਦੇ ਵਿੱਚ ਰੁਕ ਕੇ ਲੋਡ ਕੱਸ ਕੇ ਲੈ ਕੇ ਜਾਣਾ। ਲੇਬਰ ਇਹਦੇ ਵਿੱਚ ਇਨਕਲੂਡਡ ਹੈਗੀ ਆ। ਔਰ ਇਹ ਨਹੀਂ ਹੈਗਾ ਕਿ ਲੇਬਰ ਦੇ ਵਿੱਚ ਇਹ ਇਨਕਲੂਡਡ ਹੈ ਵੀ ਤੁਸੀਂ ਸਾਰਾ ਟਰੱਕ ਲੋਡ ਆਪ ਕਰੋ ਅਨਲੋਡ ਕਰੋ। ਸਾਡੇ ਵਾਰੀ ਇਹ ਕੰਮ ਅਸੀਂ ਕੀਤੇ ਹੈਗੇ ਆ ਕਿ ਜਦੋਂ ਸਾਨੂੰ ਟਰੱਕ ਦਿੱਤਾ ਜਾਂਦਾ ਸੀ ਉਹਦੇ 'ਚ ਇਹ ਹੁੰਦਾ ਸੀ ਵੀ ਇਹ ਸੈਲਫ ਲੋਡ ਆ ਜਾਂ ਸੈਲਫ ਅਨਲੋਡ ਆ। ਮਤਲਬ ਕਹਿਣ ਦਾ ਵੀ ਡਰਾਈਵਰ ਨੂੰ ਐਕਸਟਰਾ ਪੇ ਹੁੰਦੀ ਸੀਗੀ ਜੇ ਤੁਸੀਂ ਖੁਦ ਅਨਲੋਡ ਜਾਂ ਲੋਡ ਕਰਨਾ ਹੈ, ਉਹਦੇ ਵਿੱਚ ਡਰਾਈਵਰ ਦੀ ਐਕਸਟਰਾ ਪੇ ਹੁੰਦੀ ਸੀਗੀ। ਨਾਟ ਕਿ ਡਰਾਈਵਰ ਲੇਬਰ ਆ ਜਾਂ ਨਹੀਂ ਗਾ ਲੇਬਰ, ਇਹ ਨਹੀਂ ਗੱਲ ਹੈਗੀ। ਪਰ ਤੁਹਾਨੂੰ ਇੱਕ ਉਹ ਚੀਜ਼ ਜਿਹੜੀ ਆ ਸਮਝਣੀ ਚਾਹੀਦੀ ਆ ਕਿ ਜਦੋਂ ਤੁਸੀਂ ਟਰੱਕ ਚਲਾਉਣ ਆ ਗਏ ਤੇ ਟਰੱਕ ਚਲਾਉਣ ਦਾ ਮਤਲਬ ਇਹ ਆ ਕਿ ਜਿਹੜੇ ਇਹਦੇ ਨਾਲ ਰਿਲੇਟਡ ਜਿਹੜੇ ਕੰਮ ਆ ਉਹ ਕਰਨੇ ਪੈਣੇ ਆ। ਹਾਂ ਠੀਕ ਆ, ਉਹਦੀ ਐਕਸਟਰਾ ਪੇ ਹੋ ਸਕਦੀ ਆ, ਉਹਦੀ ਐਕਸਟਰਾ ਚੀਜ਼ਾਂ ਹੋ ਸਕਦੀਆਂ ਜਿਹੜੀਆਂ ਤੁਸੀਂ ਕਰ ਸਕਦੇ ਆ,
ਹੁਣ ਜਿੱਦਾਂ ਭਾਈ ਸਾਹਿਬ ਹੁਣੀ ਹੁਣ ਗੱਲ ਕਰਕੇ ਗਏ ਆ, ਉਹਦੇ ਵਿੱਚ ਤੁਸੀਂ ਨੈਗੋਸ਼ੀਏਟ ਕਰ ਸਕਦੇ ਹੋ, ਭਾਈ ਵੀ ਠੀਕ ਆ, ਜਾਂ ਤਾਂ ਮੈਨੂੰ ਕੋਈ ਬੰਦਾ ਹਾਇਰ ਕਰ ਦਿਓ ਮੇਰੇ ਨਾਲ ਹੈਲਪ, ਜਾਂ ਮੈਨੂੰ ਤੁਸੀਂ ਐਕਸਟਰਾ ਪੇ ਕਰ ਦਿਓ, ਮੈਂ ਹੁਣ ਐਕਸਟਰਾ ਕੰਮ ਕਰਨਾ ਆ, ਠੀਕ ਹੈ ਨਾ। ਦਿਸ ਇਜ਼ ਓਵਰ ਮਾਈ ਲਿਮਿਟ ਕਿ ਮੈਂ ਜਿਹੜੀ ਚੀਜ਼ ਕਰ ਰਿਹਾ ਹੈਗਾ, ਡਰਾਈਵ ਕਰ ਰਿਹਾ ਉਹ ਤੋਂ ਉੱਤੇ ਆ, ਮੈਨੂੰ ਜਾਂ ਬੰਦਾ ਹਾਇਰ ਕਰ ਦਿਓ ਜਾਂ ਫਿਰ ਮੈਨੂੰ ਟਰਾਈ ਟੂ ਪੇ ਮੀ ਐਕਸਟਰਾ, ਠੀਕ ਹੈ ਨਾ। ਅਸੀਂ ਬਹੁਤ ਲੋਡ ਐਸੇ ਕਰਦੇ ਹੁੰਦੇ ਸੀਗੇ ਜਿਹੜੇ ਕਿ ਸੈਲਫ ਅਨਲੋਡ ਹੁੰਦੇ ਸੀਗੇ, ਹਰ ਰਿਸੀਵਰ ਤੇ ਜਾ ਕੇ ਪੈਲਟਸ ਖਿੱਚ ਕੇ ਲਾਉਣੇ ਪੈਂਦੇ ਸੀਗੇ। ਕਈ ਰਿਸੀਵਰ ਸੀਗੇ ਜਿਨ੍ਹਾਂ ਦੇ ਕੋਲ ਡੌਕ ਨਹੀਂ ਸੀ ਹੁੰਦਾ, ਉਹ ਫਿਰ ਅੰਦਰੋਂ ਲੋਡ ਖਿੱਚ ਕੇ ਲਿਆਣ ਕੇ ਟੇਲ ਤੇ ਰੱਖਣਾ ਪੈਂਦਾ ਸੀ ਤਾਂ ਕਿ ਉੱਥੋਂ ਫੋਰਕਲਿਫਟ ਨੂੰ ਚੱਕ ਲੈਣ। ਸੋ ਬਹੁਤ ਕੰਮ ਜਿਹੜੇ ਆ ਡਰਾਈਵਰ ਨੂੰ ਕਰਨੇ ਪੈਂਦੇ ਆ। ਇਹਦਾ ਇਹ ਮਤਲਬ ਨਹੀਂ ਗਾ ਕਿ ਅਸੀਂ ਸਿਰਫ ਡਰਾਈਵ ਕਰਦੇ ਸਿਰਫ ਡਰਾਈਵ ਹੀ ਕਰਨਾ ਆ। ਬਹੁਤ ਐਸੇ ਕੰਮ ਹੁੰਦੇ ਜਿਹੜੇ ਕਰਨੇ ਪੈਂਦੇ ਆ, ਔਰ ਟਰੱਕਿੰਗ ਕੰਪਨੀ ਨੂੰ ਇਹ ਸਮਝਣਾ ਚਾਹੀਦਾ ਵੀ ਜੇ ਡਰਾਈਵਰ ਨੂੰ ਐਕਸਟਰਾ ਕੰਮ ਦੇ ਰਹੇ ਆ, ਦੇ ਸ਼ੁੱਡ ਪੇ them extra, that should be their policy। ਜੀ ਜੀ, ਆਪਣੇ ਅਗਲੇ ਕਾਲਰ ਨੇ ਸਤਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਚਾਹੁੰਦਾ ਸੀ, ਮੇਰੇ ਲੜਕੇ ਨੇ ਨਾ ਟਰੱਕ ਲਿਆ ਸੀ ਪ੍ਰਾਈਡ ਵਾਲਿਆਂ ਕੋਲ, ਤੇ ਉਹਨਾਂ ਨੇ ਹੁਣ ਅਸੀਂ ਕਿਸ਼ਤਾਂ ਦੇ ਰਹੇ ਸੀ, ਕਿਸ਼ਤਾਂ ਅਸੀਂ ਕੋਈ ਨਹੀਂ ਤੋੜੀ, ਕਿਸ਼ਤਾਂ ਲਗਾਤਾਰ ਦੇ ਗਏ ਆ। ਹੁਣ ਉਹ ਪਤਾ ਲੱਗਾ ਸੀ ਕਿ ਬੈਂਕਰਪਸੀ ਕਰ ਦਿੱਤੀ, ਤੇ ਹੁਣ ਸਾਨੂੰ ਨਾ ਬਾਰ-ਬਾਰ ਟੈਲੀਫੋਨ ਕਰਦੇ ਨੇ ਕਿ ਤੁਸੀਂ ਆਪਣੀ ਪੇਮੈਂਟ ਸਟਾਪ ਕੀਤੀ, 2 ਮਹੀਨੇ ਹੋ ਗਏ ਨੇ, ਪੇਮੈਂਟ ਦਿਓ ਸਾਨੂੰ। ਤੇ ਸਾਨੂੰ ਅਸੀਂ ਕਿਹਾ ਸਾਨੂੰ ਕੋਈ ਤੁਹਾਡਾ ਲੈਟਰ ਆਵੇ ਜਾਂ ਟੀ ਪਾਈ ਨਾਲ ਕਿਹਨੂੰ ਤੁਸੀਂ ਜਾ ਕੇ ਕੰਸਰਨ ਕਿਹੜੀ ਕੰਪਨੀ ਨਾਲ ਕੀਤਾ ਸੀ ਤੇ ਸਾਨੂੰ ਪਤਾ ਲੱਗੇ। ਕਹਿੰਦੇ ਜੇ ਨਹੀਂ ਤੇ ਅਸੀਂ ਤੁਹਾਡਾ ਟਰੱਕ ਚੁੱਕ ਕੇ ਰਹਿ ਜਾਵਾਂਗੇ, ਤੇ ਜਿਹੜੇ ਪੈਸੇ ਤੁਹਾਨੂੰ ਟਰੱਕ ਦਾ ਐਡਜਸਟਮੈਂਟ ਕਰਕੇ ਬਾਕੀ ਪੈਸੇ ਤੁਹਾਨੂੰ ਦੇਣੇ ਪੈਣਗੇ। ਜੀ ਰਮਨ ਜੀ, ਲਾਸਟ ਟਾਈਮ ਵੀ ਆਪਾਂ ਮੈਨੂੰ ਲੱਗਦਾ ਇਹ ਗੱਲ ਕੀਤੀ ਸੀ, ਕਲੀਅਰ ਕਰ ਦਿਓ ਜੀ ਵੀ ਹੁਣ ਕੀ ਮਸਲਾ ਇਹਦਾ, ਪੂਰਾ ਕਰਨਾ ਕੀ ਆ। ਇਹ ਨਾ ਘੱਟੋ ਘੱਟ ਨਹੀਂ ਤਾਂ 5 ਤੋਂ 6 ਕਾਲਾਂ ਰੋਜ਼ ਦੀਆਂ ਰਾਜ ਕਰਨ ਵਾਲੀਆਂ ਕਿ ਦੇ ਆਰ ਰੀਚਿੰਗ ਆਊਟ। ਮੈਂ ਪਿਛਲੀ ਵਾਰੀ ਕਿਹਾ ਸੀਗਾ ਕਿ ਉਹਨਾਂ ਦੇ ਪੇਪਰ ਘਰੇ ਫੜਾ ਕੇ ਗਏ ਆ, ਦੇ ਆਰ ਰੀਚਿੰਗ ਆਊਟ ਕਿ ਆਈ ਡੋਂਟ ਨੋ ਕਿ ਯਾਰ ਕਿਸ ਲੈਵਲ ਤੱਕ ਜਾ ਰਹੀ ਹੈ ਕੰਪਨੀ ਇਹ, ਔਰ ਕੀ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਇੱਥੇ। ਪਰ ਡੈਫੀਨੇਟਲੀ ਇਹ ਜਿਹੜੀ ਚੀਜ਼ ਹੈਗੀ ਆ ਇਹ ਦੇਖਣ 'ਚ ਆ ਰਹੀ ਆ ਕਿ ਬਹੁਤ ਇੱਕ ਕੰਪਨੀ ਦੀ ਕਾਲ ਆਈ ਕਿ ਕੰਪਨੀ ਦੇ ਪਰਸਨ ਆਏ ਸੀਗੇ, ਉਹਨਾਂ ਨੇ ਦੱਸਿਆ ਕਿ ਉਹ ਪੇਮੈਂਟਸ ਜਿਹੜੀਆਂ ਆ ਉਹ ਜਾ ਰਹੀਆਂ ਸੀਗੀਆਂ, ਉਹਨਾਂ ਨੇ ਅਕਾਊਂਟ ਚੇਂਜ ਕੀਤਾ ਤੇ ਉਹਨਾਂ ਨੇ ਕੰਪਨੀ ਨੂੰ ਕਾਲ ਕੀਤੀ ਵੀ ਅਸੀਂ ਅਕਾਊਂਟ ਚੇਂਜ ਕੀਤਾ ਆ, ਹੈ ਨਾ, ਵੀ ਤੁਹਾਡੀਆਂ ਪੇਮੈਂਟਸ ਦੂਜੇ ਅਕਾਊਂਟ ਚੋਂ ਜਾਣੀਆਂ ਹੈਗੀਆਂ। ਹਾਂਜੀ, ਲਾਸਟ ਟਾਈਮ ਕਹਿੰਦੇ 1 ਘੰਟੇ ਦੇ ਵਿੱਚ ਹੀ ਟੈਕਸਸ ਤੋਂ ਕਾਲ ਆਉਣੀ ਸ਼ੁਰੂ ਹੋ ਗਿਆ, ਤੁਹਾਡੀ ਪੇਮੈਂਟ ਡਿਲੇਟ ਆ, ਤੁਹਾਡੀ ਪੇਮੈਂਟ ਲੇਟ ਆ, ਤੁਹਾਡੀ ਪੇਮੈਂਟ। ਉਹ ਕਹਿੰਦੇ ਯਾਰ ਅਸੀਂ 2 ਮਹੀਨੇ ਹੋ ਗਏ ਤੁਹਾਨੂੰ ਦੱਸਿਆ ਨਹੀਂ ਤੇ ਚੁੱਪਚਾਪ ਬੈਠੇ ਸੀਗੇ ਤੇ ਕੋਈ ਗੱਲ ਹੀ ਨਹੀਂ ਸੀਗੀ, ਹੁਣ ਤੁਹਾਨੂੰ ਦੱਸਤਾ ਤੇ ਹੁਣ ਤੁਸੀਂ ਰੌਲਾ ਪਾਉਣ ਲੱਗੇ ਪੇਮੈਂਟ ਲੇਟ ਆ। ਸੋ ਮੇਰੇ ਕਹਿਣ ਦਾ ਭਾਵ ਆ ਕਿ ਟੈਕਸਸ ਕਹਿ ਲਓ, ਟੋਰਾਂਟੋ ਤੋਂ ਨੰਬਰ ਕਹਿ ਲਓ, ਜਾਂ ਕਿਤੋਂ ਇੰਨੀ ਜ਼ਿਆਦੀਆਂ ਕਾਲਸ ਲੋਕਾਂ ਨੂੰ ਆ ਰਹੀਆਂ ਹੈਗੀਆਂ ਇਸ ਚੀਜ਼ ਦੇ ਉੱਤੇ, ਤੇ ਮੈਨੂੰ ਨਹੀਂ ਸਮਝ ਆ ਰਿਹਾ ਵੀ ਕਿਸ ਕਿਸਮ ਦੀ ਚੀਜ਼ ਇਹ ਚੱਲ ਰਹੀ ਹੈਗੀ ਆ। ਔਰ ਇਹ ਵੀ ਗੱਲ ਹੈਗੀ ਆ ਕਿ ਜੇ ਉਹਨਾਂ ਦੇ ਲੋਕਲ ਡੀਲਰਸ਼ਿਪ ਤੇ ਲੋਕੀ ਕਾਲਾਂ ਕਰਦੇ ਹੈਗੇ ਆ ਤੇ ਉਹ ਵੀ ਉੱਥੋਂ ਇਹੋ ਹੀ ਕਹਿੰਦੇ ਆ ਕਿ ਪੇਮੈਂਟਾਂ ਦੇਈ ਜੋ ਚੁੱਪ ਕਰਕੇ ਉਹਨਾਂ ਨੂੰ, ਨਹੀਂ ਤਾਂ ਆਹ ਹੋ ਜਾਊਗਾ ਉਹ ਹੋ ਜਾਊਗਾ। ਯਾਰ ਮੈਨੂੰ ਆਈ ਡੋਂਟ ਨੋ, ਮਤਲਬ ਕੋਈ ਮੈਂ ਰਿਕੁਐਸਟ ਕਰੂੰਗਾ ਕਿ ਕੋਈ ਲੀਗਲ ਕੋਈ ਬੰਦਾ ਹੈਗਾ ਜਿਹੜਾ ਇਹੋ ਜਿਹੀ ਚੀਜ਼ ਦੇ ਉੱਤੇ ਕੋਈ ਐਡਵਾਈਸ ਦੇ ਸਕਦਾ, ਕਿਉਂਕਿ ਸਾਡੇ ਕੋਲ ਡੀਟੇਲ ਐਡਵਾਈਸ ਨਹੀਂ ਹੈਗੀ। ਅਸੀਂ ਤਾਂ ਇਹ ਜਾਣਿਆ ਹੈਗਾ ਕਿ ਅਮਰੀਕਾ ਦੇ ਵਿੱਚ ਜਦੋਂ ਕੋਈ ਕੰਪਨੀ ਬੈਂਕਰਪਸੀ ਕਰ ਦਿੰਦੀ ਆ ਤੇ ਉਹਦੇ ਜਿਹੜੇ ਐਸੈਟਸ ਆ ਉਹ ਦੂਜੀ ਕੰਪਨੀ ਕੋਈ ਖਰੀਦਦੀ ਆ ਤੇ ਉਹ ਕੰਪਨੀ ਮੁੜ ਕੇ ਤੁਹਾਡੇ ਉਹ ਪੇਮੈਂਟ ਜਿਹੜੀਆਂ ਲੈਣ ਦੀ ਹੱਕਦਾਰ ਹੁੰਦੀ ਆ। ਦੈਟ ਇਜ਼ ਅ ਸਿੰਪਲ ਪ੍ਰੋਸੈਸ, ਏਦਾਂ ਚੱਲਦਾ ਹੈਗਾ। ਮੈਨੂੰ ਤਾਂ ਇਹ ਸਮਝ ਨਹੀਂ ਆ ਰਿਹਾ ਕਿ ਬੈਂਕਰਪਟ ਹੋਈ ਕੰਪਨੀ ਜਿਹੜੀ ਆ ਲੋਕਾਂ ਨੂੰ ਦਿਨ ਪ੍ਰਤੀ ਦਿਨ ਕਾਲਾਂ ਕਰ ਕਰਕੇ ਧਮਕੀਆਂ ਦੇ ਰਹੀ ਆ ਕਿ ਭਾਈ ਪੇਮੈਂਟ ਕਰੋ ਨਹੀਂ ਤਾਂ ਅਸੀਂ ਟਰੱਕ ਚੱਕ ਕੇ ਲੈ ਜਾਵਾਂਗੇ। ਮਤਲਬ ਮੇਰੀ ਸਮਝ ਤੋਂ ਬਾਹਰ ਹੈ ਕਿ ਮਤਲਬ ਕੀ ਅਚੀਵ ਕਰਨ ਦੀ ਕੋਸ਼ਿਸ਼ ਕਰ ਰਹੇ। ਜੀ ਬਿਲਕੁਲ। ਸੋ ਤੁਸੀਂ ਸਤਵਿੰਦਰ ਜੀ ਵੇਟ ਹੀ ਕਰਨੀ ਪੈਣੀ ਵੀ ਅਸਲ 'ਚ ਤੁਹਾਡਾ ਲੋਨ ਬਾਅਦ 'ਚ ਕੌਣ ਖਰੀਦਦਾ ਹੈ ਤੇ ਕਿਹਨੂੰ ਤੁਸੀਂ ਅੱਗੇ ਪੇਮੈਂਟ ਦੇਣੀ ਹੈ। ਅਸੀਂ ਉਹਨਾਂ ਨੂੰ ਇਹ ਕਿਹਾ ਸੀ ਕਿ ਤੁਸੀਂ ਕਹਿੰਦੇ ਐਫਰਟ ਸਾਡੀ ਹੋ ਗਈ ਕਿਸੇ ਕੰਪਨੀ ਨਾਲ। ਅਸੀਂ ਕਿਹਾ ਜੇ ਐਫਰਟ ਤੁਹਾਡੀ ਹੋ ਗਈ ਕਿਸੇ ਕੰਪਨੀ ਨਾਲ ਸਾਨੂੰ ਉਹ ਲੈਟਰ ਭੇਜਣ, ਲੈਟਰ ਘਰ ਭੇਜਣਾ, ਨਾ ਐਡਰੈਸ ਲੈਟਰ ਭੇਜਣ ਤੇ ਅਸੀਂ ਉਹਨਾਂ ਨਾਲ ਐਡਜਸਟਮੈਂਟ ਕਰੀਏ। ਕਹਿੰਦੇ ਨਹੀਂ ਜੀ ਤੁਸੀਂ ਪੇਮੈਂਟ ਕਰਨ ਲਈ ਟਰੱਕ ਚੁੱਕ ਕੇ ਐਫਰਟ ਤੇ ਅਸੀਂ ਆਪੇ ਜਿਹੜਾ ਟਰੱਕ ਉਧਰ ਕਰਾਂਗੇ, ਬਾਕੀ ਆਪਸ ਤੁਹਾਨੂੰ ਦੇਣੇ ਪੈਣਗੇ। ਇਹ ਤਾਂ ਉਹ ਗੱਲ ਆ ਰਮਨ ਜੀ, ਜੋਜ ਵੀ ਭਾਈ ਦੇ ਚੋਰ ਦੀ ਲੰਗੋਟੀ ਸਹੀ, ਉਹ ਆਪ ਫਸੇ ਵੀ ਆ ਤੇ ਹੁਣ ਉਹ ਕਹਿੰਦੇ ਆ ਵੀ ਜੋ ਜਿਹੜਾ ਡਿੱਕੇ ਆਉਂਦਾ ਉਹਨੂੰ ਅੜਾ ਲਈਏ। ਉਹਨਾਂ ਨੇ ਜਦੋਂ ਚੱਲਦੇ ਸੀਗੇ ਉਦੋਂ ਵੀ ਲੋਕਾਂ ਨੂੰ ਆਪਾਂ ਨੂੰ ਸਾਹਮਣੇ ਹੀ ਆ ਵੀ ਡਬਲ ਟ੍ਰਿਪਲ ਵਿਨਿੰਗ ਜਿਹੜੀ ਆ ਉਹ ਹੋਈ। ਉਹ ਲੋਕਾਂ ਨੂੰ ਅਜੇ ਵੀ ਹਨੇਰੇ 'ਚ ਰੱਖ ਕੇ ਕਰਨਾ ਚਾਹੁੰਦੇ ਭਾਈ। ਜਿਨ੍ਹਾਂ ਦੇ ਵੀ ਹੈਗੇ ਆ ਸੁਚੇਤ ਰਹਿ ਕੇ ਜਿਹੜਾ ਥੋੜਾ ਜਿਹਾ ਉਹ ਚੱਲੋ, ਮੇਕ ਸ਼ੋਰ ਕਰੋ ਵੀ ਤੁਸੀਂ ਸਹੀ ਜਿਹੜਾ ਕਰ ਰਹੇ ਐਵੇਂ ਘਾਟਾ ਨਾ ਖਾ ਲਿਓ। ਬਿਲਕੁਲ ਜੀ।
ਰਾਜਕਰਨ ਮੈਂ ਇੱਕ ਇਹ ਵੀ ਰਿਕੁਐਸਟ ਕਰੂੰਗਾ ਆਪਣੇ ਲਿਸਨਰਸ ਨੂੰ ਬਈ ਸਾਨੂੰ ਕੋਈ ਐਸਾ ਵੀ ਜਿਹੜਾ ਲਿਸਨਰ ਆ ਜਿਨ੍ਹਾਂ ਦਾ ਟਰੱਕ ਰੀਸੈਂਟਲੀ ਪਿਛਲੇ 1-2-3 ਮਹੀਨਿਆਂ ਦੇ ਵਿੱਚ ਚੱਕਿਆ ਗਿਆ ਹੋਵੇ ਉਹਨਾਂ ਦੇ ਵੱਲੋਂ, ਜੇ ਕੋਈ ਐਸਾ ਹੈਗਾ ਤਾਂ ਸਾਨੂੰ ਪਲੀਜ਼ ਕਾਲ ਕਰਕੇ ਜ਼ਰੂਰ ਦੱਸੋ। ਪਤਾ ਲੱਗ ਜੂਗਾ ਵੀ ਅਸਲ 'ਚ ਧਮਕੀ ਹੈ ਜਾਂ ਵਾਕਿਆ ਵੀ ਹੋ ਰਿਹਾ। ਹਾਂ, ਜੇ ਅਸਲ 'ਚ ਤੁਹਾਡਾ ਕੋਈ ਟਰੱਕ ਚੱਕਿਆ ਕਿਸੇ ਨੇ ਤਾਂ ਸਾਨੂੰ ਦੱਸੋ, ਜ਼ਰੂਰ ਕਾਲ ਕਰਕੇ ਦੱਸੋ ਪਲੀਜ਼। ਜੀ ਜੀ, ਥੈਂਕ ਯੂ ਸਤਵਿੰਦਰ ਜੀ ਕਾਲ ਦੇ ਲਈ, ਮਿਹਰਬਾਨੀ ਜੀ। ਇਹ ਇਸ਼ੂ ਬੜਾ ਇੰਪੋਰਟੈਂਟ ਆ, ਗੰਭੀਰ ਆ। ਲੋਕਾਂ ਨੂੰ ਥੋੜੀ ਇਸ ਦੇ ਪ੍ਰਤੀ ਜਾਗਰੂਕਤਾ ਆਵੇ ਤਾਂ ਬਚ ਜਾਣਗੇ, ਨਹੀਂ ਤਾਂ ਦੋਹਰੀਆਂ ਤੇਰੀਆਂ ਪੇਮੈਂਟਾਂ। ਇੱਕ ਤਾਂ ਪਹਿਲੋਂ ਮਹਿੰਗੇ ਲੈ ਹੋਗੇ, ਇੰਟਰਸਟ ਰੇਟ ਹਾਈ ਆ, ਉਹ ਸਾਰਾ ਕੁਛ ਆ, ਡਬਲ ਟ੍ਰਿਪਲ ਵਿਨਿੰਗ ਆ, ਉਹਦਾ ਪਤਾ ਨਹੀਂ ਬਾਅਦ 'ਚ ਕੀ ਬਣਨਾ ਹੈ ਕੀ ਨਹੀਂ ਬਣਨਾ ਆ, ਤੇ ਉਤੋਂ ਕਿਸ਼ਤਾਂ ਵੀ ਜਿਹੜੀਆਂ ਦੋਹਰੀਆਂ ਤੇਰੀਆਂ ਜਿਹੜੀਆਂ ਉਹਨਾਂ ਭਰਨੀਆਂ ਪੈ ਜਾਣ। ਇਸ ਲਈ ਥੋੜਾ ਜਿਹਾ ਸੁਚੇਤ ਰਹਿ ਕੇ ਜਿਹੜਾ ਉਹ ਚੱਲੋ, ਹਿਸਾਬ ਨਾਲ ਜਿਹੜਾ ਉਹ ਚੱਲੋ। ਦੇਖ ਲਿਓ ਵੀ ਕਿੱਧਰਲੇ ਪਾਸੇ ਨੂੰ ਜਿਹੜੀ ਉਹ ਗੱਲ ਜਾ ਰਹੀ ਹੈ, ਵੀ ਤੁਸੀਂ ਸਹੀ ਪਾਸੇ ਨੂੰ ਜਿਹੜਾ ਉਹ ਡਾਲਰ ਘੱਲਿਓ। ਰਮਨ ਜੀ, ਰੀਸੈਂਟਲੀ ਆਪਣੇ ਇੱਕ ਟਰੱਕ ਸ਼ੋਅ ਹੋਇਆ ਸੀ, ਤੁਸੀਂ ਵੀ ਉੱਥੇ ਗਏ ਹੋਣੇ ਆ। ਕੀ ਲੇਟੈਸਟ ਨਵੀਂ ਟੈਕਨੋਲੋਜੀ ਦੀਆਂ ਗੱਲਾਂ ਜਿਹੜੀਆਂ ਚਰਚਾਵਾਂ ਜਿਹੜੀਆਂ ਉੱਥੇ ਦੇਖਣ ਨੂੰ ਮਿਲੀਆਂ ਜੀ? ਰਾਜਕਰਨ, ਇਹ ਸ਼ੋਅ ਜਿਹੜਾ ਹੈਗਾ ਉਹਦੇ ਵਿੱਚ ਇੰਨੀ ਜ਼ਿਆਦਾ ਟੈਕਨੋਲੋਜੀ ਵਾਲੀ ਨਹੀਂ ਗੱਲ ਕੋਈ ਦੇਖੀ ਕਿ ਜਿਹੜੀ ਐਡਵਾਂਸ ਟੈਕਨੋਲੋਜੀ ਵਾਲੀ ਸੀਗੀ। ਹਾਂ, ਨਿਕੋਲਾ ਟਰੱਕ ਉੱਥੇ ਸੀਗਾ, ਨਿਕੋਲਾ ਟਰੱਕ ਅਸੀਂ ਦੇਖਿਆ ਜ਼ਰੂਰ। ਔਰ ਜਿੱਦਾਂ ਕਿ ਮੈਂ ਕਿਹਾ ਕਿ ਨਿਕੋਲਾ ਟਰੱਕ ਵੀ ਅਵੇਲੇਬਲ ਹੈਗਾ ਆ ਇਸ ਵੇਲੇ, ਤੇ ਉਹ ਸੀਗਾ। ਬਾਕੀ ਨਾਰਮਲ ਸੀਗਾ ਟਰੱਕ ਸ਼ੋਅ, ਪਰ ਬਹੁਤ ਵਧੀਆ ਚੀਜ਼ ਲੱਗੀ ਕਿ ਉੱਥੇ ਸਾਡੇ ਜਿਹੜੇ ਪੰਜਾਬੀ ਭਰਾ ਸੀਗੇ ਉਹ ਆਪਣੇ ਜਿਹੜੇ ਸ਼ੋਅ ਐਂਡ ਸ਼ਾਈਨ ਵਾਲੇ ਟਰੱਕ ਲੈ ਕੇ ਆਏ ਸੀਗੇ ਉੱਥੇ, ਤੇ ਉਹਨਾਂ ਦੇ ਮੁਤਾਬਕ ਉਹ ਹਰ ਸਾਲ ਉੱਥੋਂ ਜਿੱਤ ਕੇ ਜਾਂਦੇ ਆ, ਉਹਨਾਂ ਦੇ ਟਰੱਕ ਜਿਹੜੇ ਉਹ ਜਿੱਤ ਕੇ ਜਾਂਦੇ ਆ। ਸੋ ਉਹ ਬਹੁਤ ਵਧੀਆ ਲੱਗਾ, ਉਹਨਾਂ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਾ, ਮਿਲ ਕੇ ਬਹੁਤ ਵਧੀਆ ਲੱਗਾ। ਬਾਕੀ ਜਿਹੜੀਆਂ ਕੰਪਨੀਜ਼ ਸੀਗੀਆਂ ਅੰਦਰ, ਉਹ ਨਾਰਮਲ ਜਿਹੜੇ ਟਰੱਕ ਸ਼ੋਅ ਹੁੰਦੇ ਸੀ ਉਹਨਾਂ ਵਰਗੀਆਂ ਸੀਗੀਆਂ, ਪਰ ਐਤਕੀ ਕੋਈ ਟੈਕਨੋਲੋਜੀ ਵਾਲਾ ਜ਼ਿਆਦਾ ਕੰਮ ਨਹੀਂ ਸੀਗਾ। ਜ਼ਿਆਦਾ ਕਹਿ ਲਓ ਪਾਰਟਸ ਵਾਲੇ ਬਹੁਤ ਸੀਗੇ, ਇੰਸ਼ੋਰੈਂਸ ਵਾਲੇ ਸੀਗੇ, ਹੋਰ ਜਿਹੜੇ ਆਪਣੇ ਡਿਫਰੈਂਟ ਜਿਹੜੇ ਸਪਲਾਈ ਕਰਦੇ ਆ, FMCSA ਸਰਵਿਸਿਜ਼ ਵਾਲੀਆਂ, ਕਾਰਗੋ ਵਾਲੇ ਉੱਥੇ ਸੀਗੇ, CHP ਸੀ। ਸੋ ਓਵਰਆਲ ਦੇਖ ਕੇ ਕੀ ਲੱਗਾ? ਕੋਈ ਸੰਕੇਤ ਵੀ ਮਿਲਦੇ ਆ ਟਰੱਕਿੰਗ ਇੰਡਸਟਰੀ ਦੇ ਉੱਤੋਂ, ਜਾਂ ਓਵਰਆਲ ਫਿਊਚਰ ਕੀ ਪ੍ਰੋਡਕਟ ਆ, ਜਾਂ ਆਪਸ 'ਚ ਜਦੋਂ ਉੱਥੇ ਤੁਸੀਂ ਸਾਰੇ ਟਰੱਕਿੰਗ ਵਾਲੇ ਇਕੱਠੇ ਸੀਗੇ ਕੀ ਸੋਚਦੇ ਆ? ਵਾਟਸ ਅਹੈਡ ਵੀ ਟਰੱਕਿੰਗ ਇੰਡਸਟਰੀ ਜਿਹੜੀ ਕਿ ਕਾਫੀ ਰੌਕ ਬਾਟਮ ਹਿੱਟ ਕੀਤੀ ਆ, ਉਹਦੇ ਰਿਵਾਈਵ ਹੋਣ ਦੇ ਚਾਂਸਿਸ ਦੇ ਬਾਰੇ ਕੀ ਆਪਸ 'ਚ ਗੱਲਾਂ ਜਿਹੜੀਆਂ ਹੋਈਆਂ? ਆਪਸ 'ਚ ਗੱਲਾਂ ਤਾਂ ਰਾਜਕਰਨ ਇਹੋ ਹੀ ਆ ਕਿ ਹੈਰਾਨੀ ਸਾਰੇ ਹੀ ਪ੍ਰੈਜ਼ੈਂਟ ਕਰ ਰਹੇ ਸੀਗੇ ਕਿ ਹੈਰਾਨੀ ਆ ਕਿ ਇਹ ਇੰਡਸਟਰੀ ਜਿਹੜੀ ਆ ਇੰਨੀ ਦੇਰ ਤੱਕ ਰੌਕ ਬਾਟਮ ਤੇ ਚੱਲ ਰਹੀ ਹੈਗੀ ਆ। ਇੰਨੀ ਮਤਲਬ ਕਿ ਵੈਰੀ ਅਨਐਕਸਪੈਕਟਡ ਜਿਹੜੇ ਇਸ ਵੇਲੇ ਚੀਜ਼ਾਂ ਚੱਲ ਰਹੀਆਂ ਹੈਗੀਆਂ, ਉਹ ਵੈਰੀ ਅਨਐਕਸਪੈਕਟਡ ਹੈਗੀਆਂ। ਹਰ ਇੱਕ ਇੰਡਸਟਰੀ ਦੇ ਵਿੱਚ ਜਿਹੜਾ ਬੰਦਾ ਹੈਗਾ, ਹਰ ਇੱਕ ਬੰਦੇ ਦੀ ਸੇਮ ਹੀ ਰਾਏ ਸੀਗੀ ਕਿ ਇਸ ਤਰ੍ਹਾਂ ਦਾ ਮੇਰੇ ਕੈਰੀਅਰ ਦੇ ਵਿੱਚ ਅਸੀਂ ਕਦੀ ਨਹੀਂ ਦੇਖਿਆ। ਮੇਰੇ ਕੈਰੀਅਰ 27-28 ਈਅਰਸ ਹੋ ਚੱਲੇ ਆ ਹੁਣ, ਅਸੀਂ ਕਦੀ ਇੱਦਾਂ ਦਾ ਨਹੀਂ ਦੇਖਿਆ। ਸੋ ਨੋਰਮਲੀ ਗੱਲ ਤਾਂ ਇਹੋ ਹੀ ਸਾਰਿਆਂ ਦੀ ਸੀਗੀ, ਤੇ ਹਰ ਇੱਕ ਵੱਲੋਂ ਇਹੋ ਹੀ ਪੋਜ਼ਿਟਿਵਿਟੀ ਦਿਖਾਈ ਗਈ ਕਿ ਕੋਈ ਗੱਲ ਨਹੀਂ, ਠੀਕ ਹੋ ਜਾਏਗਾ, ਨੈਕਸਟ ਈਅਰ ਠੀਕ ਹੋ ਜਾਏਗਾ, ਅਪ੍ਰੈਲ ਦੇ ਵਿੱਚ ਨਵਾਂ ਸੀਜ਼ਨ ਚੱਲਣਾ ਹੈਗਾ। ਸੋ ਆਸ ਕਰਦੇ ਹਾਂ ਨਵਾਂ ਸੀਜ਼ਨ ਸ਼ੁਰੂ ਹੋਣ ਲੱਗਿਆ ਠੀਕ ਹੋਏਗਾ। ਸੋ ਇਹਨਾਂ ਚੀਜ਼ਾਂ ਦੇ ਉੱਤੇ ਹੀ ਜ਼ਿਆਦਾ ਜਿਹੜੀ ਰਾਏ ਸੀਗੀ। ਬਾਕੀ ਚਿੰਤਾ ਹਰ ਇੱਕ ਬੰਦੇ ਦੇ ਮੱਥੇ ਤੇ ਦਿਖੀ ਕਿ ਚਿੰਤਾ ਜ਼ਰੂਰ ਸੀਗੀ ਕਿ ਇਹ ਇੱਕ ਐਸੀ ਇੰਡਸਟਰੀ ਹੈਗੀ ਹੈ ਜਿਹੜੀ ਕਿ ਬਹੁਤ ਸਟਰਗਲ ਦੇ ਵਿੱਚੋਂ ਲੰਘ ਰਹੀ ਆ। ਔਰ ਸਟਰਗਲ ਦੇ ਵਿੱਚੋਂ ਲੰਘਣ 'ਚ ਇਤਰਾਜ਼ ਕੋਈ ਨਹੀਂ ਗਾ, ਪਰ ਇੰਨੀ ਦੇਰ 'ਚ ਸਟਰਗਲ 'ਚ ਰਹਿਣਾ ਜਿਹੜਾ ਉਹ ਬਹੁਤ ਔਖਾ ਹੈ ਜੀ। ਬਿਲਕੁਲ ਜੀ, ਤੇ ਥੈਂਕ ਯੂ ਰਮਨ ਜੀ, ਬੜੀ ਮਿਹਰਬਾਨੀ, ਸ਼ੁਕਰੀਆ ਜਿਹੜਾ ਜੁੜਨ ਦੇ ਲਈ, ਇਹਨਾਂ ਖਬਰਾਂ ਬਾਰੇ, ਇਹਨਾਂ ਗੱਲਾਂ ਬਾਤਾਂ ਕੀਤੀਆਂ ਟਰੱਕਿੰਗ ਇੰਡਸਟਰੀ ਬਾਰੇ। ਮਿਲਦੇ ਹਾਂ ਜੀ ਨੈਕਸਟ ਵੀਕ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਰਾਜਕਰਨਵੀਰ ਸਿੰਘ ਜੀ, ਆਪਣੇ ਪ੍ਰੋਗਰਾਮ ਦੱਸਦੇ ਜਾਓ ਅਗਲੇ ਦਿਨ ਜੀ। ਉਸ ਤੋਂ ਪਹਿਲਾਂ ਆਪਣੇ ਜਿਹੜੇ ਫਿਰ ਇੱਕ ਵਾਰੀ ਜਿਹੜੇ ਸੁਣਨ ਵਾਲੇ ਦੇਖਣ ਵਾਲੇ ਉਹਨਾਂ ਸਰੋਤਿਆਂ ਦਰਸ਼ਕਾਂ ਨੂੰ ਦੱਸਦੇ ਜਾਈਏ, ਅੱਜ ਜਿਹੜਾ ਨਿਰਭਉ ਤੇ ਨਿਆਂ ਮਾਰਚ ਆ, ਉਹ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਫਰੈਜ਼ਨੋ ਦਮਦਮੀ ਟਕਸਾਲ ਵਾਲਾ ਹੈ, ਉੱਥੇ ਪਹੁੰਚਣਾ ਹੈ। ਸੈਲਮਾ ਗੁਰੂ ਘਰ ਵਿਖੇ ਕੱਲ ਜਿਹੜੇ ਉੱਥੇ ਪਹੁੰਚੇ ਸੀਗੇ, ਜਿੱਥੇ ਸੰਗਤਾਂ ਆਈਆਂ ਦੀਵਾਨ ਸੱਜੇ, ਤੇ ਅੱਜ ਵੀ ਜਿਹੜੇ ਸ਼ਾਮ ਦੇ ਦੀਵਾਨ 5 ਵਜੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਵਿਖੇ ਜਿਹੜੇ ਉਹ ਸੱਜਣਗੇ। ਤੇ ਰੋਜ਼ਾਨਾ ਤਕਰੀਬਨ ਸਵੇਰੇ 8-8:30 ਵਜੇ ਇਹ ਰਵਾਨਗੀ ਭਰਦੇ ਨੇ ਉਸੇ ਗੁਰੂ ਘਰ ਤੋਂ ਜਿੱਥੇ ਜਿਹੜੇ ਸ਼ਾਮ ਦੇ ਦੀਵਾਨ ਹੋਏ ਹੁੰਦੇ ਆ, ਅਗਲੇ ਜਿਹੜੇ ਉਹ ਪੜਾਅ ਵੱਲ ਨੂੰ। ਸੋ ਅਗਲੇ 3 ਦਿਨ ਇਹ ਫਰੈਜ਼ਨੋ ਇਲਾਕੇ ਦੇ ਵਿੱਚ ਜਿਹੜਾ ਨਿਰਭਉ ਤੇ ਨਿਆਂ ਮਾਰਚ ਹੋਣਾ ਆ, ਫੀਅਰਲੈਸ ਫॉर ਜਸਟਿਸ ਮਾਰਚ, ਜਿਹੜਾ ਸਿੱਖ ਜੈਨੋਸਾਈਡ ਹੋਇਆ ਆ, ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ, ਉਸ ਕਤਲੇਆਮ ਦੇ ਵਿੱਚ ਸ਼ਹੀਦ ਹੋਏ ਲੋਕਾਂ ਦੀ ਯਾਦ ਦੇ ਵਿੱਚ, ਜੋ ਹਮਲਾ ਹੋਇਆ ਦਰਬਾਰ ਸਾਹਿਬ ਦੇ ਉੱਤੇ, ਉਹਨਾਂ ਜੁਝਾਰੂਆਂ ਦੇ ਨਾਲ ਅੰਗ ਸੰਗ ਹੋ ਕੇ ਜਿਹੜਾ ਉਹ ਚੱਲਣ ਦੀ ਜਿਹੜੀ
ਇਹ ਗੱਲ ਆ। ਤੇ ਇਸ ਮੌਕੇ ਜੋ ਕਰੰਟ ਤੌਰ ਦੇ ਉੱਤੇ ਜੋ ਸਿਚੁਏਸ਼ਨ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਬਣੀ ਆ, ਉਸ ਨੂੰ ਲੈ ਕੇ ਇਹ ਜਿਹੜਾ ਮਾਰਚ ਆ ਉਹ ਚੱਲ ਰਿਹਾ ਆ। ਸੋ ਤੁਹਾਡੇ ਸਾਰੇ ਸੰਗਤਾਂ ਦੀ, ਪੂਰੀ ਕੌਮ ਨੂੰ ਜਿਹੜੇ ਇਸ ਦੇ ਵਿੱਚ ਇਕੱਠੇ ਹੋ ਕੇ ਅੱਗੇ ਵਧਣ ਦੀ ਜਿਹੜੀ ਉਹ ਜ਼ਰੂਰਤ ਆ। 1 ਨਵੰਬਰ ਤੱਕ ਇਹ ਮਾਰਚ ਸੈਕਰਾਮੈਂਟੋ 'ਚ ਕੈਪੀਟਲ ਤੱਕ ਜਿਹੜਾ ਉਹ ਪਹੁੰਚਣਾ ਆ। ਸੋ ਉਸ ਤੋਂ ਪਹਿਲਾਂ ਇਸੇ ਤਰੀਕੇ ਦੇ ਨਾਲ ਹੀ ਉਹਦੇ ਜਿਹੜੇ ਪੜਾਅ ਆ ਆਉਂਦੇ ਰਹਿਣਗੇ। ਅੱਜ ਜਿਹੜੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰੈਜ਼ਨੋ ਵਿਖੇ ਸ਼ਾਮ ਨੂੰ 5 ਵਜੇ ਦੀਵਾਨ ਸੱਜਣੇ ਆ। ਉਸ ਤੋਂ ਪਹਿਲਾਂ ਵੀ ਜੇ ਤੁਸੀਂ ਨਾਲ ਚੱਲਣਾ ਚਾਹੁੰਦੇ ਆ ਤਾਂ ਆਲਰੇਡੀ ਗੁਰਦੁਆਰਾ ਸਾਹਿਬ ਸੈਲਮਾ ਤੋਂ ਜਿਹੜੇ ਉਹ ਚੱਲ ਪਏ ਨੇ। ਜੇ ਹੋਰ ਜਾਣਕਾਰੀ ਲੈਣੀ ਆ ਤਾਂ jakara.org/1984 ਮਾਰਚ, ਉਹਦੇ ਉੱਤੇ ਜਾ ਕੇ ਤੁਸੀਂ ਦੇਖ ਸਕਦੇ ਆ ਰੋਜ਼ਾਨਾ ਕਿੱਥੇ ਆ। ਫਿਰ ਕੱਲ੍ਹ ਨੂੰ ਜਿਹੜੇ ਸਿੱਖ ਇੰਸਟੀਚਿਊਟ ਗੁਰਦੁਆਰਾ ਸਾਹਿਬ, ਜਿਹਨੂੰ ਡਾਕਟਰਾਂ ਦਾ ਗੁਰਦੁਆਰਾ ਆਖਿਆ ਜਾਂਦਾ ਆ, ਫਰੈਜ਼ਨੋ ਇਲਾਕੇ 'ਚ, ਉੱਥੇ ਜਿਹੜਾ ਇਹ ਮਾਰਚ ਪਹੁੰਚਣਾ ਆ ਸ਼ਾਮ ਨੂੰ। ਤੇ ਉਸ ਤੋਂ ਬਾਅਦ 'ਚ ਅਗਲੇ ਦਿਨ ਜਿਹੜਾ ਮਡੇਰਾ ਵਿਖੇ ਸ਼ਨਿਚਰਵਾਰ ਨੂੰ ਜਿਹੜਾ ਉਹ ਸ਼ਾਮ ਨੂੰ ਉੱਥੇ ਪਹੁੰਚਣਾ ਹੈ। ਸੋ ਸਾਰਿਆਂ ਨੂੰ ਬੇਨਤੀ ਹੈ ਵੀ ਇਹਨਾਂ ਸਾਰੇ ਦਿਨਾਂ ਦੇ ਵਿੱਚ ਇਸ ਮਾਰਚ ਦੇ ਨਾਲ ਜੁੜ ਕੇ ਸਿੱਖ ਜੈਨੋਸਾਈਡ, ਜੋ ਸਿੱਖ ਕਤਲੇਆਮ, ਜੋ ਸਿੱਖਾਂ ਦੇ ਉੱਤੇ ਹਮਲੇ ਹੋਏ ਆ, ਉਹਦੇ ਯਾਦ ਦੇ ਵਿੱਚ ਤੇ ਨਾਲ ਦੇ ਨਾਲ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉਲਟ ਇਕੱਠ ਦੇ ਰੂਪ ਦੇ ਵਿੱਚ ਅੱਗੇ ਜਿਹੜਾ ਉਹ ਵਧਿਆ, ਜਿਹੜਾ ਉਹ ਜਾਵੇ, ਜੋ ਕਿ ਇਸ ਟਾਈਮ ਸਭ ਤੋਂ ਵੱਡੀ ਜਿਹੜੀ ਅਹਿਮ ਗੱਲ ਆ। ਇਸ ਤੋਂ ਅਗਲਾ ਪ੍ਰੋਗਰਾਮ ਜਿਹੜਾ ਹਰਜੋਤ ਸਿੰਘ ਜੀ ਦੱਸਦੇ ਜਾਈਏ ਤਾਂ ਮਸੂਦ ਮਲੀ ਹੁਣੀ ਜਿਹੜਾ ਉਹ ਪੇਸ਼ ਕਰਨਗੇ 11:30 ਵਜੇ ਤੱਕ, ਤੇ ਫਿਰ 11:30 ਤੋਂ ਲੈ ਕੇ 1 ਵਜੇ ਤੱਕ ਪ੍ਰੋਗਰਾਮ ਨਜ਼ਰੀਆ, ਤੇ 1 ਤੋਂ 2 ਵਜੇ ਦੇ ਵਿੱਚ ਕੁਝ ਗੱਲਾਂ ਕੁਝ ਗੀਤ, 2 ਤੋਂ 2:30 ਵਜੇ ਦੇ ਵਿੱਚ ਜਿਹੜਾ ਪ੍ਰੋਗਰਾਮ ਜਿਹੜਾ ਮਨਦੀਪ ਪੂਨੀਆ ਦੇ ਨਾਲ ਬਿਯੋਂਡ ਦਾ ਹੈਡਲਾਈਨ, ਤੇ 2:30 ਤੋਂ 3 ਵਜੇ ਦੇ ਵਿੱਚ ਸਿਹਤ ਸੰਭਾਲ ਦਾ ਅੱਜ ਪ੍ਰੋਗਰਾਮ ਵੀਰਵਾਰ ਨੂੰ ਜਗਬੀਰ ਸਿੰਘ ਜੀ ਦੇ ਨਾਲ, 3 ਤੋਂ 4 ਸਾਂਝੀ ਸਾਥ, 4 ਤੋਂ ਲੈ ਕੇ ਤੇ ਫਿਰ 5:30 ਵਜੇ ਤੱਕ ਪ੍ਰੋਗਰਾਮ ਇਤਿਹਾਸ ਦੇ ਝਰੋਖੇ 'ਚੋਂ, ਤੇ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਗੁਰਬਾਣੀ ਦੇ ਸ਼ਾਮ ਦੇ ਦੀਵਾਨ ਜਿਹੜੇ ਉਹ ਸਰਵਣ ਕਰੂੰਗੇ, ਤੇ 8 ਵਜੇ ਤੋਂ ਬਾਅਦ 'ਚ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ ਪ੍ਰੋਗਰਾਮ ਜਿਹੜਾ ਆ ਉਹ ਖਬਰ ਤੇ ਨਜ਼ਰ ਪੇਸ਼ ਕੀਤਾ ਜਾਊਗਾ। ਨਾਲ ਹੀ ਦੱਸ ਜਾਈਏ ਗੁਰਦੁਆਰਾ ਸਾਹਿਬ ਟੈਰਾਬਿਊਨਾ ਯੂਬਾ ਸਿਟੀ, ਜਿੱਥੇ 45ਵਾਂ ਮਹਾਨ ਨਗਰ ਕੀਰਤਨ ਇਸ ਸਾਲ ਸਜਾਇਆ ਜਾਣਾ ਹੈ 3 ਨਵੰਬਰ ਦੇ ਦਿਨ। ਉਸ ਤੋਂ ਪਹਿਲਾਂ ਜਿਹੜੀ ਉੱਥੇ ਕਵਰੇਜ ਆ ਉਹ ਜਲਦ ਹੀ 1-2 ਦਿਨ ਦੇ ਵਿੱਚ ਜਿਹੜੀ ਸ਼ੁਰੂ ਹੋਣ ਜਾ ਰਹੀ ਆ। ਤੁਸੀਂ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਨਾਲ ਜੁੜ ਜਾਓ। ਉੱਥੋਂ ਜਿਹੜੀ ਅੰਦਰ ਦੇ ਜਿਹੜੇ ਸਾਰੇ ਸਮਾਗਮਾਂ ਦਾ ਸਿੱਧਾ ਪ੍ਰਸਾਰਣ ਉੱਤੇ ਜਿਹੜਾ ਲਾਈਵ ਵੀਡੀਓ ਦੇ ਰੂਪ ਦੇ ਵਿੱਚ, ਤੇ ਪੰਜਾਬੀ ਰੇਡੀਓ USA ਦੇ 14 ਸਟੇਸ਼ਨਸ ਆ, AM FM ਸਟੇਸ਼ਨਸ ਆ, ਉਸ ਦੇ ਉੱਤੇ ਸ਼ਾਮ ਦੇ ਦੀਵਾਨਾਂ ਦੇ ਜਿਹੜੇ ਸਮਾਗਮ ਆ ਉਹ ਜਲਦ ਹੀ ਜਿਹੜੇ ਉਹ ਸ਼ੁਰੂ ਹੋਣ ਜਾ ਰਹੇ ਆ। ਸੋ ਉਹ ਪਹਿਲਾਂ ਹੀ ਆਪਣੇ ਦੋਸਤਾਂ ਮਿੱਤਰਾਂ ਸੱਜਣਾ ਦੇ ਨਾਲ ਜਿਹੜਾ ਆ ਉਹ ਸ਼ੇਅਰ ਕਰੋ। ਪੰਜਾਬ ਦੇ ਵਿੱਚ ਕਿਉਂਕਿ ਸਾਡਾ ਚੈਨਲ ਉੱਥੇ ਉਹਨਾਂ ਨੇ ਬੰਦ ਕੀਤਾ ਇਹ ਵਾਲਾ ਪੰਜਾਬੀ ਰੇਡੀਓ USA, ਜੇ ਉੱਥੇ ਉਹਨਾਂ ਦੇ ਨਾਲ ਸ਼ੇਅਰ ਕਰਨਾ ਤਾਂ ਪੰਜਾਬੀ TV USA ਜਿਹੜਾ ਆਪਣਾ ਨਵਾਂ ਚੈਨਲ ਆ, ਨਵਾਂ ਪੇਜ ਆ, ਉਸ ਦੇ ਨਾਲ ਵੀ ਤੁਸੀਂ ਜੁੜ ਕੇ ਉੱਥੇ ਵਾਲਿਆਂ ਦੇ ਨਾਲ ਉਸ ਦੀ ਸਾਂਝ ਜਿਹੜੀ ਉਹ ਪਾ ਸਕਦੇ ਆ। ਇਹ ਦੋਨਾਂ ਚੈਨਲਾਂ ਦੇ ਉੱਤੇ ਪੰਜਾਬੀ ਰੇਡੀਓ USA ਤੇ ਪੰਜਾਬੀ TV USA ਦੇ ਉੱਤੇ ਜਿਹੜਾ ਇਹਨਾਂ ਦਾ ਸਿੱਧਾ ਪ੍ਰਸਾਰਣ ਤੁਸੀਂ ਦੇਖ ਸੁਣ ਸਕੋਗੇ। ਹੁਣ ਲੈਣੇ ਜੀ ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।